to all of you. So I'm here with the next lecture of our chapter Surface Chemistry. So we were doing colloidal solutions. We have already done basic definitions, types of colloidal solutions, preparations of colloidal solutions, and our today's topic, as we discussed in the last few minutes of the last chapter, today's topic is purification of colloidal solutions. So बच्चे ਆਪਾਂ उसी एग्जाम्पल तो आज ਦਾ ਲੈਕਚਰ ਸਟਾਰਟ ਕਰਾਂਗੇ where we finished. So if you remember, ਆਪਾਂ ਨੇ ਕਿਹਾ ਸੀਗਾ ਕਿ if we treat FeCl3 with 3 molecules of water, अपने पास एक colloidal solution तैयार होएगा ferric hydroxide ਦਾ and HCl will move out. So I hope ਤੁਹਾਨੂੰ ਸਭ ਨੂੰ ਯਾਦ ਹੋਏਗਾ the last process peptidization, ਆਪਾਂ ਨੇ ਕਿਹਾ ਸੀ we use FeCl3 in excess. ਤਾਂ ਜਿਹੜੇ Fe3 ਪੋਜ਼ਿਟਿਵ ਆਇਨਸ ਹੈ ਉਹ ਇਸ ਦੇ ਉੱਪਰ ਐਬਜ਼ੌਰਬ ਹੋ ਜਾਣਗੇ। ਆਪਾਂ ਨੇ ਕਿਹਾ ਸੀ ਨਾ ਕਿ the colloidal particles they have a property of absorbing the like ions from the electrolyte. So that is why ferric hydroxide will become positively charged and particles एक दूसरे ਨੂੰ repel करनगे, repel करके एक दूसरे ਤੋਂ दूर चले जाएंगे and they will become stabilized. So इसी लॉजिक ਨੂੰ ਹੁਣ ਆਪਾਂ ਕੈਰੀ ਫਾਰਵਰਡ ਕਰਾਂਗੇ। ਮੈਂ ਤੁਹਾਨੂੰ ਕਿਹਾ ਸੀਗਾ ਕਿ ਹੁਣ ਆਪਣਾ ਨੈਕਸਟ ਟੌਪਿਕ ਇਜ਼ ਕਿ ਹੁਣ ਜਿਹੜਾ ਇਸ ਦੇ ਵਿੱਚ HCl ਬਣ ਗਿਆ, ਉਸ HCl ਨੂੰ ਆਪਾਂ ਸੋਲੂਸ਼ਨ ਚੋਂ ਰਿਮੂਵ ਕਰਨਾ ਹੈ, ਠੀਕ ਹੈ ਨਾ। ਸੋ ਬੇਸਿਕਲੀ ਪਿਊਰੀਫਿਕੇਸ਼ਨ ਆਫ ਕੋਲੋਇਡਸ ਨੂੰ ਆਪਾਂ ਕੀ ਕਹਿੰਦੇ ਆ ਕਿ ਦ ਪ੍ਰੋਸੈਸ ਆਫ ਰਿਮੂਵਲ ਆਫ ਕ੍ਰਿਸਟਲੋਇਡਸ। ਸੋ ਇਹ ਤਾਂ ਕ੍ਰਿਸਟਲਸ ਹੈ ਨਾ, ਕ੍ਰਿਸਟਲੋਇਡਸ ਜਿਨ੍ਹਾਂ ਦਾ ਸਾਈਜ਼ ਇਜ਼ ਲੈਸ ਦੈਨ 1 ਨੈਨੋਮੀਟਰ। ਦੇਖੋ ਬੱਚੇ, अगर कोई सस्पेंशन ਦੀਆਂ ਇੰਪਿਉਰਿਟੀਜ਼ ਹੋਣਗੀਆਂ ਵੀ ਉਹਨਾਂ ਨੂੰ ਰਿਮੂਵ ਕਰਨਾ ਤਾਂ ਮੁਸ਼ਕਿਲ ਹੈ ਹੀ ਨਹੀਂ, ਉਹ ਤਾਂ ਆਪਣੇ ਆਪ ਸੈਟਲ ਡਾਊਨ ਹੋ ਜਾਣਗੀਆਂ ਜਾਂ ਆਪਾਂ ਫਿਲਟਰ ਪੇਪਰ 'ਚ ਉਹ ਰਿਮੂਵ ਕਰ ਦਾਂਗੇ। ਪ੍ਰੋਬਲਮ ਆਊਗੀ ਕ੍ਰਿਸਟਲੋਇਡਸ ਦੀ। ਕ੍ਰਿਸਟਲੋਇਡਸ ਨੂੰ ਤੁਸੀਂ ਸਿੰਪਲੀ ਰਿਮੂਵ ਨਹੀਂ ਕਰ ਸਕਦੇ। ਲਾਈਕ ਫॉर ਐਗਜ਼ਾਮਪਲ ਅਗਰ ਤੁਸੀਂ ਫਿਲਟਰੇਸ਼ਨ ਯੂਜ਼ ਕਰੋ ਤਾਂ ਫਿਲਟਰ ਪੇਪਰ 'ਚ ਇਹ ਵੀ ਪਾਸ ਹੋ ਜਾਊਗਾ, ਇਹ ਵੀ ਪਾਸ ਹੋ ਜਾਊਗਾ। ਸੋ ਆਪਾਂ ਸੈਪਰੇਟ ਆਊਟ ਨਹੀਂ ਕਰ ਸਕਦੇ। ਆਪਾਂ ਨੂੰ ਉਦਾਂ ਦੇ ਮੈਥਡਸ ਯੂਜ਼ ਕਰਨੇ ਪੈਣਗੇ ਜਿਸ ਦੇ ਵਿੱਚੋਂ ਕ੍ਰਿਸਟਲੋਇਡਸ ਬੀਇੰਗ ਸਮਾਲਰ ਪਾਸ ਹੋ ਜਾਣ ਤੇ colloidal solutions being larger pass ਨਾ ਹੋਣ। ਸੋ ਹੁਣ ਆਪਾਂ ਨੇ ਇੱਕ ਕ੍ਰਿਸਟਲੋਇਡਸ ਨੂੰ colloidal particles ਤੋਂ ਅਲੱਗ ਕਰਨਾ ਹੈ, ਠੀਕ ਹੈ। ਤਾਂ ਇਸ ਦੇ ਲਈ ਆਪਾਂ ਜਿਹੜੇ ਮੈਥਡਸ ਯੂਜ਼ ਕਰਦੇ ਹਾਂ they are called purification methods and we namely have 3 purification methods: dialysis, ultrafiltration and ultracentrifugation। ਆਪਾਂ ਕਿਸੇ ਨਾ ਕਿਸੇ ਫਾਰਮ ਚ ਦੋਨੋਂ ਤਿੰਨੋਂ ਆਪਾਂ ਅਲਟਰਾ ਫਿਲਟਰੇਸ਼ਨ ਯੂਜ਼ ਕਰ ਚੁੱਕੇ ਹਾਂ। ਮੈਂ ਤੁਹਾਨੂੰ ਸਮਝਾਇਆ ਵੀ ਸੀ ਜਦੋਂ ਆਪਾਂ ਕੋਲੋਇਡਨ ਨੂੰ ਜਮਾ ਕਰ ਦਿੰਦੇ ਹਾਂ ਨਾਰਮਲ ਫਿਲਟਰ ਪੇਪਰ ਦੇ ਉੱਪਰ, ਆਪਾਂ ਅੱਜ ਰਿਪੀਟ ਵੀ ਕਰਾਂਗੇ। ਸੈਂਟਰੀਫਿਊਗੇਸ਼ਨ ਵੀ ਮੈਂ ਤੁਹਾਨੂੰ ਸਮਝਾਇਆ ਸੀਗਾ, ਠੀਕ ਹੈ ਨਾ। ਮਿਲਕ ਦੀ ਐਗਜ਼ਾਮਪਲ ਲੈ ਕੇ ਕਿ ਬਟਰ ਅਲੱਗ ਹੋ ਜਾਂਦਾ ਹੈ ਐਂਡ ਬਟਰ ਮਿਲਕ ਲੱਸੀ ਅਲੱਗ ਹੋ ਜਾਂਦੀ ਹੈ। ਡਾਇਲਿਸਿਸ, ਦੇਖੋ ਬੱਚੇ, ਡਾਇਲਿਸਿਸ ਨੂੰ ਐਕਸਪਲੇਨ ਕਰਨ ਲਈ ਨੋ ਡਾਊਟ ਆਪਾਂ ਡਾਇਲਿਸਿਸ ਇਸ ਪ੍ਰੋਸੈਸ ਲਈ ਯੂਜ਼ ਕਰਦੇ ਹਾਂ HCl ਨੂੰ ਅਲੱਗ ਕਰਨ ਲਈ, ਬਟ ਮੈਂ ਤੁਹਾਨੂੰ ਇੱਕ ਬਿਲਕੁਲ ਇਦਾਂ ਦੀ ਐਗਜ਼ਾਮਪਲ ਦੇਵਾਂਗਾ ਜਿਹੜੀ ਆਪਾਂ ਆਪਣੀ ਰੀਅਲ ਲਾਈਫ 'ਚ ਆਪਣੇ ਘਰਾਂ 'ਚ ਯੂਜ਼ ਕਰਦੇ ਹਾਂ, ਠੀਕ ਹੈ ਨਾ। ਫੋਰ ਐਗਜ਼ਾਮਪਲ ਜਦੋਂ ਆਪਾਂ ਮਿਲਕ ਵਿੱਚੋਂ ਪਨੀਰ ਨਿਕਾਲਦੇ ਹਾਂ, ਠੀਕ ਹੈ ਨਾ, ਮਤਲਬ ਦਿਸ ਇਜ਼ ਦ ਬੈਸਟ ਐਗਜ਼ਾਮਪਲ ਟੂ ਅੰਡਰਸਟੈਂਡ ਦਿਸ ਪ੍ਰੋਸੈਸ ਆਫ ਪਿਊਰੀਫਿਕੇਸ਼ਨ, ਜਾਂ ਜਿਹੜੇ ਆਪਾਂ ਅੱਗੇ ਵੀ ਚੀਜ਼ਾਂ ਪੜਾਂਗੇ, ਠੀਕ ਹੈ ਨਾ। ਸੋ ਦੇਖੋ, ਹੁਣ ਮਿਲਕ ਵੀ ਕੋਲੋਇਡਲ ਸੋਲੂਸ਼ਨ ਹੈ, ਠੀਕ ਹੈ ਨਾ। ਉਹਦੇ ਵਿੱਚ ਡਿਸਪਰਸਡ ਫੈਟ ਹੈ, ਪ੍ਰੋਟੀਨਸ ਹੈ ਐਂਡ ਸੋ ਔਨ ਇਨ ਵਾਟਰ। ਤਾਂ ਹੁਣ ਜਦੋਂ ਆਪਾਂ ਮਿਲਕ ਵਿੱਚੋਂ ਪਨੀਰ ਨਿਕਾਲਦੇ ਹਾਂ, ਬੇਸਿਕਲੀ ਆਪਾਂ ਕੀ ਕਰ ਰਹੇ ਹਾਂ, ਆਪਾਂ ਪਨੀਰ ਦੇ ਵਿੱਚ ਲੈਮਨ ਸਕਵੀਜ਼ ਕਰ ਰਹੇ ਹਾਂ, ਠੀਕ ਹੈ। ਜਦੋਂ ਆਪਾਂ ਲੈਮਨ ਸਕਵੀਜ਼ ਕੀਤਾ, ਬੱਚੇ ਲੈਮਨ ਸਕਵੀਜ਼ ਕਰਨ ਦੀ ਪ੍ਰੋਸੈਸ ਨੂੰ ਵੀ ਧਿਆਨ 'ਚ ਰੱਖਣਾ। ਆਪਣਾ ਜਿਹੜਾ ਇਸ ਤੋਂ ਨੈਕਸਟ ਟੌਪਿਕ ਹੈ ਉਹ ਇਸੀ ਪ੍ਰੋਸੈਸ ਦੇ ਉੱਪਰ ਡਿਪੈਂਡ ਕਰਦਾ ਹੈ, ਬਟ ਫਿਲਹਾਲ ਪਹਿਲਾਂ ਇੱਥੇ ਆਓ। ਆਪਾਂ ਪਨੀਰ ਕਿਵੇਂ ਨਿਕਾਲਦੇ ਹਾਂ, ਆਪਾਂ ਲੈਮਨ ਸਕਵੀਜ਼ ਕਰਦੇ ਹਾਂ ਐਂਡ ਲੈਮਨ ਸਕਵੀਜ਼ ਕਰਨ ਤੋਂ ਬਾਅਦ ਜਿਹੜਾ ਮਿਲਕ ਹੁੰਦਾ ਹੈ ਉਹ ਫਟ ਜਾਂਦਾ ਹੈ ਐਂਡ ਜਿਹੜਾ ਉਸ ਦੇ ਵਿੱਚ ਪਨੀਰ ਦੇ ਪ੍ਰੋਟੀਨ ਦੇ ਪਾਰਟੀਕਲਸ ਨੇ ਦੇ ਕੋਐਗੂਲੇਟ, ਉਹ ਜਮਾ ਹੋ ਜਾਂਦੇ ਆ, ਗੱਠਾਂ ਬਣ ਜਾਂਦੀਆਂ ਉਹਨਾਂ ਦੀਆਂ। ਉਸ ਤੋਂ ਬਾਅਦ ਆਪਾਂ ਕੀ ਕਰਦੇ ਹਾਂ, ਅਗਰ ਸਭ ਨੂੰ ਯਾਦ ਹੋਵੇ ਤਾਂ ਆਪਾਂ ਉਸ ਨੂੰ ਫਿਰ ਇੱਕ ਕਲੌਥ ਲੈਂਦੇ ਹਾਂ, ਉਸ ਕਲੌਥ ਦੇ ਵਿੱਚ ਬੰਨ ਕੇ ਆਪਾਂ ਇੱਕ ਟੈਪ ਤੇ ਬੰਨ ਦਿੰਦੇ ਹਾਂ ਤੇ ਉਸ ਨੂੰ ਢੱਕ ਦਿੰਦੇ ਹਾਂ। ਤਾਂ ਉਸ ਦੇ ਵਿੱਚ ਕੀ ਹੁੰਦਾ ਹੈ, ਜਿਹੜਾ ਉਹ ਖੱਟਾ ਮਿਲਕ ਹੁੰਦਾ, ਪਾਣੀ ਹੁੰਦਾ, ਉਹ ਟਪਕੀ ਜਾਂਦਾ ਨੀਚੇ। ਤਾਂ ਉਹ ਕੀ ਹੈ, ਦੇਖੋ ਸੋਲਵੈਂਟ ਦੇ ਨਾਲ HCl ਬਾਹਰ ਨਿਕਲ ਰਿਹਾ ਹੈ। ਤਾਂ ਜਿਹੜਾ ਆਪਣਾ ਕੱਪੜੇ ਦਾ ਪੀਸ ਹੈ ਉਹਦੇ ਜਿਹੜੇ ਪੋਰਸ ਹੈ ਉਹ ਇੰਨੇ ਛੋਟੇ ਹੈ ਕਿ ਉਹਦੇ ਵਿੱਚੋਂ ਪਨੀਰ ਜੋ ਕੋਲੋਇਡਲ ਪਾਰਟੀਕਲਸ ਹੈ ਆਪਣੇ ਉਹ ਪਾਸ ਨਹੀਂ ਕਰੇਗਾ। ਤਾਂ ਐਂਡ ਤੇ ਕੀ ਹੋ ਜਾਂਦਾ ਹੈ, ਅਗਰ ਤੁਸੀਂ ਦੇਖਿਆ ਹੋਵੇ ਉਸ ਕਲੌਥ ਦੇ ਵਿੱਚ ਬਿਲਕੁਲ ਡਰਾਈ ਪਨੀਰ ਬਚ ਜਾਂਦਾ ਹੈ।
यानी कि कोलोइडल पार्टिकल्स अपने को ऊपर बच जाएंगे, ठीक है ना। सो हुन डायलिसिस की हुंदी है, देखो सो अपने को तीन मेथड्स है, डायलिसिस, अल्ट्राफिल्ट्रेशन एंड अल्ट्रा सेंट्रीफ्यूगेशन। सो अपन डायलिसिस विच की करते हैं, ਆਪਾਂ ਇੱਕ ਵਾਟਰ ਬੀਕਰ ਲੈ ਕੇ ਉਸ ਦੇ ਵਿੱਚ ਐਦਾਂ ਇੱਕ ਸੈਲੋਫੇਨ ਮੈਂਬਰੇਨ ਹੁੰਦੀ ਹੈ, ਠੀਕ ਹੈ, ਪਾਰਚਮੈਂਟ ਮੈਂਬਰੇਨ ਵੀ ਬੋਲ ਦਿੰਦੇ ਆਪਾਂ ਇਹਨਾਂ ਨੂੰ, ਤੇ ਇਹਨਾਂ ਦੇ ਪੋਰਸ ਇੰਨੇ ਛੋਟੇ ਹੁੰਦੇ ਨੇ ਕਿ ਇਹਨਾਂ ਵਿੱਚੋਂ ਕ੍ਰਿਸਟਲੋਇਡਸ ਤਾਂ ਪਾਸ ਕਰ ਸਕਦੇ ਆ ਬਟ ਕੋਲੋਇਡਲ ਪਾਰਟੀਕਲਸ ਪਾਸ ਨਹੀਂ ਕਰਨਗੇ। ਤਾਂ ਆਪਾਂ ਆਪਣਾ ਇੰਪਿਓਰ ਸੋਲੂਸ਼ਨ ਇਹਦੇ ਵਿੱਚ ਲੈ ਲੈਂਦੇ ਆ, ਜਿਸ ਦੇ ਵਿੱਚ ਫੈਰਿਕ ਹਾਈਡਰੋਕਸਾਈਡ ਵੀ ਹੈ ਔਰ HCl ਵੀ ਹੈ, ਤੇ ਆਪਾਂ ਇਸ ਨੂੰ ਸਸਪੈਂਡ ਕਰ ਦਿੰਨੇ ਆ ਵਾਟਰ ਦੇ ਵਿੱਚ। ਹੁਣ ਇਸ ਦੇ ਪੋਰ ਸਾਈਜ਼ਸ ਇੰਨੇ ਛੋਟੇ ਹੈ ਕਿ HCl ਦੇ ਪਾਰਟੀਕਲਸ ਤਾਂ ਬਾਹਰ ਆਈ ਜਾਣਗੇ, ਫੈਰਿਕ ਹਾਈਡਰੋਕਸਾਈਡ ਦੇ ਪਾਰਟੀਕਲਸ ਬਾਹਰ ਨਹੀਂ ਆਣਗੇ, ਠੀਕ ਹੈ ਨਾ। ਸੋ ਹੁਣ ਇੱਥੋਂ ਆਪਾਂ ਪਾਣੀ ਲਈ ਇੱਕ ਆਊਟਲੈਟ ਲਗਾ ਦਿੰਦੇ ਆ ਤੇ ਇੱਥੇ ਫਰੈਸ਼ ਵਾਟਰ ਲਈ ਇੱਕ ਇਨਲੈਟ ਲਗਾ ਦਿੰਦੇ ਆ, ਯਾਨੀ ਕਿ ਜਿਹੜਾ ਆਪਾਂ ਨੇ ਇੱਥੇ ਪਾਣੀ ਲੈਤਾ ਹੈ ਆਪਾਂ ਉਸ ਵਾਟਰ ਨੂੰ ਲਗਾਤਾਰ ਚੇਂਜ ਕਰਦੇ ਰਵਾਂਗੇ, ਠੀਕ ਹੈ ਨਾ। ਸੋ ਉਸ ਨੂੰ ਚੇਂਜ ਕਰਨ ਦਾ ਆਪਣਾ ਮੋਟਿਵ ਕੀ ਹੈ ਬੱਚੇ, ਕਿ ਬਾਹਰ ਵਾਲੇ ਪਾਣੀ 'ਚ HCl ਦੀ ਜਿਹੜੀ ਕਨਸੈਂਟ੍ਰੇਸ਼ਨ ਆ ਉਹ ਇੰਨੀ ਨਾ ਇਨਕਰੀਜ਼ ਹੋ ਜਾਏ ਕਿ ਉਹ ਦੁਬਾਰਾ ਅੰਦਰ ਜਾਣਾ ਸ਼ੁਰੂ ਹੋ ਜਾਏ। ਸੋ ਐਂਡ ਤੇ ਸਾਰਾ ਜੋ HCl ਹੈ ਉਹ ਬਾਹਰ ਆ ਜਾਏਗਾ ਔਰ ਆਪਣੇ ਕੋਲ ਐਂਡ ਤੇ ਫੈਰਿਕ ਹਾਈਡਰੋਕਸਾਈਡ ਦਾ ਪਾਰਟੀਕਲਸ ਬਚ ਜਾਣਗੇ। ਉਸ ਫੈਰਿਕ ਹਾਈਡਰੋਕਸਾਈਡ ਦੇ ਪਾਰਟੀਕਲਸ ਦੇ ਵਿੱਚ ਆਪਾਂ ਡਿਸਪਰਸ਼ਨ ਮੀਡੀਆ ਪਾ ਕੇ ਆਪਣਾ ਸੋਲ ਤਿਆਰ ਕਰ ਲਾਂਗੇ। ਸੋ ਇਟਸ ਈਜ਼ੀ। ਸੋ ਡਾਇਲਿਸਿਸ ਨੂੰ ਆਪਾਂ ਕਿਵੇਂ ਡਿਫਾਈਨ ਕਰਾਂਗੇ? ਇਟ ਇਜ਼ ਡਿਫਾਈਨਡ ਐਜ਼ the purification of colloidal particles from crystalloids by passing them through a very fine cellophane membrane. The particles of crystalloids will pass through it and the colloidal particles will remain there. ਜਿਹੜਾ ਇਹ process ਹੈ ਉਹ ਤੁਹਾਡੇ notes ਵਿੱਚ explained ਹੈ, ਤੁਸੀਂ ਉਸ ਨੂੰ ਚੰਗੀ ਤਰ੍ਹਾਂ ਪੜ੍ਹ ਲੈਣਾ ਹੈ। ਹੁਣ ਦੇਖੋ ਬੱਚੇ, ਇਸੇ process ਨੂੰ ਜਦੋਂ ਆਪਾਂ with the help of electricity fast ਕਰ ਦਿੰਦੇ ਆ, ਠੀਕ ਹੈ ਨਾ, then it is known as electrodialysis। ਤਾਂ ਹੁਣ ਇਹ ਵੀ ਧਿਆਨ ਚ ਰੱਖਣਾ ਹੈ ਕਿ ਅਗਰ ਐਗਜ਼ਾਮ ਦੇ ਵਿੱਚ ਕੁਐਸਚਨ ਆਉਂਦਾ ਹੈ what do you mean by electrodialysis, ਤਾਂ ਉੱਥੇ ਆਪਾਂ ਇਹ ਨਹੀਂ ਲਿਖ ਸਕਦੇ ਕਿ the process of fastening the process of dialysis by passing electricity through it। ਨਹੀਂ, ਪਹਿਲਾਂ dialysis ਨੂੰ ਤਾਂ ਐਕਸਪਲੇਨ ਕਰੋ ਨਾ ਬੱਚੇ, ਪਹਿਲਾਂ ਆਪਾਂ dialysis ਐਕਸਪਲੇਨ ਕਰਾਂਗੇ ਫਿਰ ਐਂਡ ਤੇ ਲਿਖਾਂਗੇ ਕਿ the process is made faster by the use of electricity and then the process is called electrodialysis। जो आर्टिफिशियल किडनी मशीन्स ਹੁੰਦੀਆਂ ਬੱਚੇ ਤੁਸੀਂ ਸੁਣਿਆ ਹੀ ਹੋਏਗਾ, ਹਨਾ, they also work on the principle of dialysis। fine, so this is your first method। ਦੇਖੋ ਨਾ ਆਪਾਂ ਨੇ ਸਾਰਾ HCl ਰਿਮੂਵ ਕਰ ਲਿਆ, ਆਪਣਾ ਫੈਰਿਕ ਹਾਈਡਰੋਕਸਾਈਡ ਇੱਥੇ ਬਚ ਗਿਆ, ਠੀਕ ਹੈ ਨਾ। ਜੋ ਨਾਲ ਸਿੰਪਲ ਡੇਲੀ ਲਾਈਫ ਦੀਆਂ ਐਗਜ਼ਾਮਪਲਸ ਹੈ ਉਹ ਜਸਟ ਮੈਂ ਤੁਹਾਨੂੰ ਤਾਂ ਦਿੰਨਾ ਤਾਂ ਕਿ ਆਪਣੇ ਮਾਈਂਡ 'ਚ ਇੱਕ ਪਿਕਚਰ ਬਣ ਸਕੇ। ਅਦਰਵਾਈਜ਼ ਐਗਜ਼ਾਮ ਵਿੱਚ ਆਪਾਂ ਨੇ ਐਗਜ਼ਾਮਪਲਸ ਇਹੀ ਲਿਖਣੀਆਂ ਜੋ ਆਪਣੀਆਂ ਬੁੱਕਸ ਐਂਡ ਨੋਟਸ ਦੇ ਵਿੱਚ ਅਵੇਲੇਬਲ ਹੈ। डायग्राम्स उदा ही बनानी है जिदा अपनी बुक्स एंड नोट्स दे विच अवेलेबल है। लाइव एग्जांपल्स देने दा सानू मोटिव ये है कि एक पिक्चर अपने माइंड च बन जाए एंड इट बिकम्स वेरी इजी टू कोरिलेट। गेटिंग अ पॉइंट? सो दिस इज अबाउट डायलिसिस। नाउ वी विल डिस्कस द सेकंड मेथड ऑफ प्यूरिफिकेशन, दैट इज अल्ट्रा फिल्ट्रेशन। सो व्हिच आर सेकंड मेथड ऑफ प्यूरिफिकेशन इज अल्ट्रा फिल्ट्रेशन। ਸੋ ਆਪਾਂ ਜਦੋਂ ਸਟਾਰਟਿੰਗ ਦੇ ਵਿੱਚ ਕੋਲੋਇਡਲ ਪਾਰਟੀਕਲਸ ਦੀਆਂ ਕੋਲੋਇਡਲ ਸੋਲੂਸ਼ਨਸ ਦੀਆਂ ਪ੍ਰੋਪਰਟੀਜ਼ ਕੀਤੀਆਂ ਸੀ, ਵੀ ਡਿਡ ਕੀ ਲੈਟ ਇਟ ਬੀ ਕਿ ਕ੍ਰਿਸਟਲੋਇਡਸ ਦਾ ਸਾਈਜ਼ ਇੰਨਾ ਹੈ, ਕੋਲੋਇਡਲ ਪਾਰਟੀਕਲਸ ਇੰਨਾ ਹੈ ਐਂਡ ਸਸਪੈਂਸ਼ਨਸ ਦਾ ਸਾਈਜ਼ ਇਜ਼ ਦਿਸ ਮਚ, ਠੀਕ ਹੈ। ਹੁਣ ਜੋ ਆਪਣਾ ਨਾਰਮਲ ਫਿਲਟਰ ਪੇਪਰ ਹੁੰਦਾ ਹੈ, ਠੀਕ ਹੈ, ਲੈਟ ਇਟ ਬੀ ਦਿਸ ਇਜ਼ ਆਰ ਨਾਰਮਲ ਫਿਲਟਰ ਪੇਪਰ। ਸੋ ਇਟਸ ਵੈਰੀ ਈਜ਼ੀ ਬੱਚੇ, ਦੇਖੋ let it be कि उसने जेडे pores है उन्हां दा size is this much। so let it be कि our normal filter paper has this much pore size। so बच्चे इसी करके ਆਪਾਂ ਨੇ ਕੀਤਾ ਸੀ ਕਿ ਜੋ normal filter papers है ਉਹਨਾਂ ਨੂੰ ਆਪਾਂ colloidal solutions ਨੂੰ purify ਕਰਨ ਲਈ use ਨਹੀਂ ਕਰ ਸਕਦੇ। now we can easily see कि ਇਹ ਵਾਲੇ particles ਵੀ ਇਹਦੇ ਚੋਂ ਪਾਸ ਕਰ ਜਾਣਗੇ, ए भी पास कर जाएंगे, दिस विल नॉट पास। हुन अपनी प्रॉब्लम यही है, अगेन कम बैक टू दैट सेम एग्जांपल
कि HCl ਤੇ ਫੈਰਿਕ ਹਾਈਡਰੋਕਸਾਈਡ ਦੋਨੋਂ ਪਾਸ ਕਰ ਜਾਣਗੇ। ਜਿਹੜੀ ਆਪਾਂ ਨੇ ਘਰ ਦੀ ਐਗਜ਼ਾਮਪਲ ਲੱਤੀ ਸੀ, अगर पानी भी विचों दी पास कर जे जो खट्टा पानी हुंदा है, और अगर पनीर भी विचों दी पास कर जे फिर तो जे वो प्योरीफाई होएगा ही नहीं, ठीक है ना। सो पोर साइज नू अपन डिक्रीज करते हैं बाय यूजिंग जेलेटिन और कोलॉइडियन। कोलॉइडियन की हुंदा बच्चे, इट इज अ 4% सॉल्यूशन ऑफ नाइट्रोसेलुलोज, 4% सॉल्यूशन ऑफ नाइट्रोसेलुलोज। ਹੁਣ ਆਪਾਂ ਇਸ ਫਿਲਟਰ ਪੇਪਰ ਨੂੰ ਇਹਦੇ ਨਾਲ ਟ੍ਰੀਟ ਕਰਾਂਗੇ ਤਾਂ ਜਿਹੜਾ ਇਹ ਕੋਲੋਇਡੀਅਨ ਜਾਂ ਜੈਲੇਟਿਨ ਹੈ ਇਸ ਦੇ ਪੋਰਸ ਦੇ ਵਿੱਚ ਇਸ ਤਰੀਕੇ ਨਾਲ ਡਿਪੋਜ਼ਿਟ ਹੋ ਜਾਊਗਾ। ਸੋ ਜੋ ਇਸ ਦਾ ਪੋਰ ਸਾਈਜ਼ ਹੈ that has been decreased। ਹੁਣ ਇਸ ਦਾ ਪੋਰ ਸਾਈਜ਼ ਬੱਚੇ ਇੰਨਾ ਕੁ ਡਿਕਰੀਜ਼ ਹੋ ਗਿਆ कि इस दे विचों क्रिस्टल्स तो पास कर जाएंगे, क्रिस्टलॉइड्स विल पास, बट जो अपना कोलॉइडल पार्टिकल्स है दे विल नॉट पास, ठीक है। सो दिस इज कॉल्ड अल्ट्रा फिल्ट्रेशन। इन्होंने आप ग्रेडेड फिल्टर पेपर्स भी कह देंगे बाय पासिंग द सॉल्यूशन थ्रू ग्रेडेड फिल्टर पेपर्स। सो फिल्टर पेपर दे विचों अपना जेड़ा डिस्पर्शन मीडियम है और जो HCl है वो पास हो जाएगा। फिल्टर पेपर के ऊपर अपने को सिर्फ कोलॉइडल पार्टिकल्स बच जाएंगे। उन्हां कोलॉइडल पार्टिकल्स ਨੂੰ ਆਪਾਂ फ्रेश डिस्पर्शन मीडियम ਦੇ ਵਿੱਚ ਪਾ ਕੇ ਆਪਣਾ कोलॉइडल सोल ਤਿਆਰ ਕਰ ਲਾਂਗੇ, ਠੀਕ ਹੈ ਨਾ। ਨਾਓ थर्ड एंड द लास्ट प्योरिफिकेशन मेथड इज सेंट्रीफ्यूगेशन, जिसको ਆਪਾਂ कोलॉइडल पार्टिकल्स ਦੇ केस ਚ अल्ट्रा सेंट्रीफ्यूज कर रहे हैं। सो दिस इज सेंट्रीफ्यूगेशन। सो बच्चे अगेन इस दे लिए भी आप एक बिल्कुल देसी जी एग्जाम्पल करांगे, जिद्दां आपां मिल्क नूं सेंट्रीफ्यूज करते हैं, है ना। बेसिकली आपां कहने कि मिल्क दुध दे विच मधानी मारते हैं, है ना। सो मिल्क जदों आपां मधानी मारते हैं वी सेंट्रीफ्यूज इट इन एट अ वेरी फास्ट रेट। तो तुसीं देखिया होगा, जिन्हां ने देखिया, जिन्हां ने नहीं भी देखिया वो घर ट्राई भी कर सकते हैं। मतलब जो अपने मिक्सर ग्राइंडर हुंदे हैगे, आई थिंक उन्होंने पता नहीं चॉपर नहीं, सॉरी चॉपर नहीं कहते आप, मतलब किचन आइटम्स है, मैंने भी नहीं पता, ग्राइंडर ही हुंदा बेसिकली, है ना। ਤਾਂ ਤੁਸੀਂ ਇੱਕ ਗਰਮ ਮਿਲਕ ਕਿਸੇ ਲੰਬੇ ਬੀਕਰ ਚ ਲੈ ਕੇ ਉਸ ਨੂੰ ਵਿੱਚ ਗ੍ਰਾਈਂਡਰ ਮਾਰੋ ਤਾਂ ਆਫਟਰ ਸਮ ਟਾਈਮ what will happen is, है ना, जो बटर होएगा वो बिल्कुल सेंटर ते रह जाएगा एंड जो हल्का पानी होएगा वो उसनू बाहर चक के मारी जाऊगा। उस तो की तैयार हो जाती है, अपनी लस्सी तैयार हो जाती है और सेंटर ते बटर रह जाता है बच्चे, है ना। तो दैट इज कॉल्ड सेंट्रीफ्यूगेशन। आप बहुत हाई स्पीड ते रोटेट कर रहे हैं एंड जो कोलॉइडल पार्टिकल्स है बीइंग हैवियर बीइंग लार्जर वो इकट्ठे हो जाएंगे। जेड़ा डिस्पर्शन मीडिया है या क्रिस्टल्स ने बीइंग लाइटर दे विल बी थ्रोन अवे, ठीक है ना। सो आप अल्ट्रा सेंट्रीफ्यूगेशन की कमांगे कि द impure solution is taken in a centrifuge which is rotated at a very high speed. The colloidal particles being heavier will come at the center at the bottom while the crystalloids being lighter they will remain in the solution. So ਉਸ ਤੋਂ ਬਾਅਦ ਆਪਾਂ ਉਸ ਨੂੰ ਫਿਲਟਰ ਕਰਕੇ ਜਾਂ ਡੀਕੈਂਟ ਕਰਕੇ ਉੱਪਰੋਂ ਆਪਣੇ ਕੋਲੋਇਡਲ ਪਾਰਟੀਕਲਸ ਨੂੰ ਅਲੱਗ ਕਰ ਲੈਂਦੇ ਆ। ਦੇਖੋ ਤੁਸੀਂ ਦੇਖਿਆ ਹੀ ਹੋਏਗਾ ਕਿ ਜਦੋਂ ਆਪਾਂ ਮੱਖਣ ਨਿਕਾਲਦੇ ਆ, ਬਟਰ ਨਿਕਾਲਦੇ ਆ ਤਾਂ ਜਦੋਂ ਬਟਰ ਤੇ ਲੱਸੀ ਸੈਪਰੇਟ ਹੋ ਜਾਂਦੇ ਨੇ ਤਾਂ ਜਸਟ ਆਪਾਂ ਉੱਪਰੋਂ ਡੀਕੈਂਟ ਕਰ ਦਿੰਦੇ ਆ ਜਾਂ ਬਟਰ ਨੂੰ ਕੱਢ ਕੇ ਐ ਨਿਚੋੜ ਦਿੰਦੇ ਆ ਤਾਂ ਇਹਨੇ ਨਾਲ ਬਟਰ ਅਲੱਗ ਹੋ ਜਾਂਦਾ ਹੈ ਔਰ ਜੋ ਵੇਸਟ ਹੈ ਖੱਟਾ ਪਾਣੀ ਹੈ ਉਹ ਸਾਰਾ ਅਲੱਗ ਹੋ ਜਾਂਦਾ ਹੈ। ਸੋ that is known as centrifugation. So this is about the three methods used to purify colloidal solutions. समझ आई बच्चे? Now we shall discuss. So ਹੁਣ ਆਪਾਂ ਨੇ colloidal solutions ਨੂੰ ਪੂਰੀ ਤਰ੍ਹਾਂ prepare ਕਰ ਲਿਆ। prepare ਹੋ ਗਏ, ਪਹਿਲਾਂ preparation ਕੀਤੀ, ਹੁਣ purification ਕਰ ਲਈ। ਸੋ ਤਿੰਨੋਂ ਮੈਥਡਸ ਚੋਂ ਆਪਾਂ ਜਿਹੜੇ ਵੀ ਮੈਥਡ ਨਾਲ ਉਸ ਨੂੰ ਪਿਉਰੀਫਾਈ ਕਰਕੇ ਬਾਅਦ ਵਿੱਚ ਡਿਸਪਰਸ਼ਨ ਮੀਡੀਆ ਪਾਤਾ ਤਾਂ ਆਪਣੇ ਕੋਲ ਕੋਲੋਇਡਲ ਸੋਲੂਸ਼ਨ ਤਿਆਰ ਹੋ ਗਿਆ। ਨਾਓ ਵੀ ਸ਼ੈਲ ਸਟੱਡੀ ਦ ਪ੍ਰੋਪਰਟੀਜ਼ ਆਫ ਕੋਲੋਇਡਲ ਸੋਲੂਸ਼ਨਸ। ਵੈਸੇ ਆਪਾਂ ਪੜ੍ਹ ਚੁੱਕੇ ਹਾਂ ਬਟ ਆਪਾਂ ਜਸਟ ਇੱਕ ਵਾਰ ਰਿਵਾਈਜ਼ ਕਰਾਂਗੇ ਐਂਡ ਅਗਰ ਕੋਈ ਪੁਆਇੰਟ ਸਕਿਪ ਹੋਇਆ ਉਹ ਪੜਾਂਗੇ ਜਾਂ ਡਿਟੇਲ ਚ ਪੜਾਂਗੇ। ਫਾਈਨ। ਸੋ ਬੱਚੇ ਟਾਕਿੰਗ ਅਬਾਊਟ ਦ ਪ੍ਰੋਪਰਟੀਜ਼ ਆਫ ਕੋਲੋਇਡਲ ਸੋਲੂਸ਼ਨਸ, ਮੈਂ ਸਾਰੀਆਂ ਪ੍ਰੋਪਰਟੀਜ਼ ਬੋਰਡ ਤੇ ਸਮ ਅਪ ਕਰਤੀਆਂ ਐਂਡ
ईच एंड एवरी प्रॉपर्टी हैज बीन डिस्कस्ड जो अपने कोलॉइडल सॉल्यूशंस दी प्रॉपर्टीज कीतियां सी इन कंपैरिजन टू ट्रू सॉल्यूशंस एंड सस्पेंशंस। आप जस्ट एक बार सम अप करांगे एंड ਜਿਹੜੀਆਂ दो मेन प्रॉपर्टीज है अपनी ब्राउनियन मूवमेंट एंड टिंडल इफेक्ट उन्होंने आप थोड़ा जिहा डिटेल च पढ़ांगे। वैसे आप उन्होंने जिन्ना क आपां नूं जरूरत है आप कर चुके हैं। सो देखो फर्स्ट इज फिजिकल प्रॉपर्टीज। नंबर 1 हेट्रोजेनस आप कर चुके कि दे रिमेन स्टेबल फॉर a longer time as compared to suspensions, but ultimately they break down into two. ठीक है ना? So they are heterogeneous in nature. Second is stability. So they are less stable than true solutions, but they are more stable than suspensions. Visibility. आपने क्या किया सी? They are not visible with naked eyes or simple microscopes, but they are definitely visible with ultra microscope. ते आपने क्या सी कि ultra microscope दा basis की हुंदा बच्चे? Tyndall effect. Filtration. They cannot be filtered by using simple filter papers. They can be filtered by using graded filter papers, also known as ultra filter papers. ਆਪਾਂ ਹੁਣੇ लास्ट टॉपिक करके हटे हैं। नेक्स्ट इज कॉलिगेटिव प्रॉपर्टीज। सो आप सॉल्यूशंस पढ़ के हटे हैं बच्चे की कॉलिगेटिव प्रॉपर्टीज आर द प्रॉपर्टीज व्हिच डिपेंड अपॉन द नंबर ऑफ सॉल्यूट पार्टिकल्स नॉट अपॉन देयर नेचर। तो बच्चे देखो कोलॉइडल पार्टिकल्स बनते ही किवें हैं। सो ट्रू सॉल्यूशंस दे विच क्रिस्टलॉइड्स हुंदे ने वो जुड़ के छोटे छोटे क्रिस्टलॉइड्स जुड़ के कोलॉइडल पार्टिकल्स बन जाते हैं, है ना। तो देखो जो छोटे छोटे पार्टिकल्स जुड़ गए आपस च तो उन्होंने नंबर की हो गया बच्चे डिक्रीज। मेरी गल समझो ना, बहुत सारे क्रिस्टलॉइड्स ने आपस च जुड़ के कोलॉइडल पार्टिकल बनाया है तो बहुत सारे जुड़ गए, मिलियंस एंड बिलियंस जुड़ गए तो एक पार्टिकल बन गया। सो नंबर तो डिक्रीज हो गया। सो बच्चे कॉलिगेटिव प्रॉपर्टीज जड़ियां से अपनी रिलेटिव लोअरिंग ऑफ वेपर प्रेशर, डिप्रेशन इन फ्रीजिंग पॉइंट, एलिवेशन इन बॉइलिंग पॉइंट एंड फाइनली ऑस्मोटिक प्रेशर वो बिल्कुल ना बराबर होणगियां इन केस ऑफ कोलॉइडल सॉल्यूशंस। ये शो नहीं करेंगे बिकॉज नंबर ऑफ पार्टिकल्स इज वेरी स्मॉल। हाँ, अगर तुहानू क्वेश्चन आंदा है कि चारां विचों किहड़ी कॉलिगेटिव प्रॉपर्टी ये शो कर सकते हैं तो किहड़ा आंसर सीगा? ऑस्मोटिक प्रेशर। इफ यू रिमेंबर आपां ने कहा सी कि ऑस्मोटिक प्रेशर जिहड़ी प्रॉपर्टी हुंदी है वो थोड़ी जी कॉन्सेंट्रेशन ते भी शो होने लग जाती है एंड दैट इज वाई आपां ने कहा सी कि मॉलिक्यूलर मास डिटर्मिनेशन दे विच इज द बेस्ट प्रॉपर्टी ऑस्मोटिक प्रेशर। नेक्स्ट आर योर मैकेनिकल प्रॉपर्टीज। सो फर्स्ट इज डिफ्यूजन। तो आपां ने कीता सी कि सस्पेंशन के मुकाबले ये फास्टर डिफ्यूज करते हैं ते ट्रू सॉल्यूशंस के मुकाबले घट डिफ्यूज करते हैं क्योंकि सस्पेंशन के मुकाबले इन्हां दा वेट घट हुंदा है ते क्रिस्टलॉइड्स के मुकाबले ज्यादा हुंदा है। सेडिमेंटेशन मतलब प्रेसिपिटेशन। सो इन्हां दी प्रेसिपिटेशन सस्पेंशंस तो स्लो होगी ते ट्रू सॉल्यूशंस तो फास्ट होगी। सो नाउ वी कम ऑन टू द टू इंपॉर्टेंट प्रॉपर्टीज दैट इज Brownian movement and Tyndall effect. So देखो बच्चे, so firstly we shall discuss Brownian movement. So ये दोनों प्रॉपर्टीज मैं तुहानू इकट्ठियां एक्सप्लेन कीतियां सी बाय टेकिंग द एग्जांपल ऑफ अ डार्क रूम। इफ यू रिमेंबर आपने क्या सीगा कि अगर अपने को एक डार्क रूम है ते उसदे विच एक छोटी जी विंडो या रोशनदान जिसनों आप कह दें वेंटिलेटर कह दें उदा दा कुछ है तो आप रूम खोलते हैं उसदे विचों जिहड़ी लाइट एंटर करती है बच्चे, ठीक है, वो उस तो बाद जिहड़ी सो देखो एक बार वो इत्थे कन्वर्ज कर गई। सो देखो और लाइट इथों एंटर करेगी, लेट इट बी दिस इज योर लाइट सोर्स, और इथों एंटर करोगी एंड उस तो बाद इट विल डाइवर्ज, ठीक है। सो दिस इज कॉल्ड स्प्लिटिंग ऑफ लाइट बाय द कोलॉइडल पार्टिकल्स एंड दिस इज कॉल्ड योर टिंडल कोन, जो कोन बन गया थे, ठीक है। चलो खैर पहला आप ब्राउनियन मूवमेंट ते आने हैं। तो ब्राउनियन मूवमेंट इज zigzag मोशन ऑफ कोलॉइडल पार्टिकल्स। पहले कोलॉइडल पार्टिकल्स है दे मूव इन दिस zigzag मोशन, ठीक है। तो ये zigzag मोशन है, आप देखा होगा ना कि जेड़ा हां रोशनदान वेंटिलेटर ते जब आप देखते हैं छोटे छोटे डस्ट पार्टिकल्स इदा मूव कर रहे होंगे ने, क्यों? क्योंकि दे एक्ट एज अ कोलॉइडल पार्टिकल सस्पेंडेड इन एयर। तो जेडे कोलॉइडल पार्टिकल्स है उन्हां दा मूवमेंट ਨੂੰ ਆਪਾਂ zigzag मोशन कहते हैं, नोन एज ब्राउनियन मूवमेंट। ਇਹਦਾ रीजन की हुंदा बच्चे? तो
मतलब ये भी तो आ सकता ना कि why does the Brownian movement occur? ਤੁਸੀਂ ਕਹੋਗੇ ਕਿ colloidal particles being smaller, being very fine, they keep on moving randomly in all the directions. ਤੇ ਜਦੋਂ ਉਹ ਮੂਵ ਕਰਦੇ ਆ, ਮੂਵ ਕਰਦੇ ਹੋਏ ਉਹ ਆਪਸ 'ਚ ਵੀ ਟਕਰਾਉਂਦੇ ਨੇ ਤੇ ਡਿਸਪਰਸ਼ਨ ਮੀਡੀਆ ਦੇ ਪਾਰਟੀਕਲਸ ਨਾਲ ਵੀ ਟਕਰਾਉਂਦੇ ਆ। ਆਪਸ 'ਚ ਟਕਰਾਉਣ ਨਾਲ ਉਹਨਾਂ ਦੀ ਡਾਇਰੈਕਸ਼ਨ ਲਗਾਤਾਰ ਚੇਂਜ ਹੁੰਦੀ ਰਹਿੰਦੀ ਹੈ ਐਂਡ ਡਾਇਰੈਕਸ਼ਨ ਚੇਂਜ ਹੋਣ ਕਰਕੇ ਉਹ ਲਗਾਤਾਰ ਮੂਵ ਕਰਦੇ ਰਹਿੰਦੇ ਆ ਐਂਡ ਦੇ ਡੋਂਟ ਕਮ ਟੂ ਰੈਸਟ ਐਵਰ। And this is called Brownian movement. Very simple. Now, so ਨਾਲ ਹੀ ਆਪਾਂ ਆਪਣੀ next property भी cover ਕਰ ਦਿੰਦੇ ਹਾਂ known as Tyndall effect. So the splitting of light. ठीक है ना? देखो बच्चे, अगर suppose ਤੁਸੀਂ ਇੱਥੇ ਇੱਕ true solution ਲਓ, so let it be a true solution, salt plus water. ਤੁਸੀਂ ਇੱਥੋਂ ਇੱਕ source of light ਲਓ, ਉਹ ਸਾਨੂੰ ਇੱਥੇ ਵਿਜ਼ੀਬਲ ਨਹੀਂ ਹੋਏਗੀ, ਉਦੋਂ ਬਾਅਦ ਇੱਥੇ ਬਿਲਕੁਲ ਲਾਈਟ ਪੈ ਰਹੀ ਹੋਏਗੀ, ਕਲੀਅਰ ਪਾਸ ਹੋਏਗੀ ਉਹ ਲਾਈਟ ਤੇ ਕੋਈ ਕਨਵਰਜ ਡਾਇਵਰਜ ਨਹੀਂ ਹੋਏਗੀ, ਬਿਲਕੁਲ ਐਜ਼ ਇਟ ਇਜ਼ ਪਾਸ ਹੋਏਗੀ। ਉਹਦਾ ਰੀਜ਼ਨ ਕੀ ਹੈ ਕਿ ਕ੍ਰਿਸਟਲੋਇਡਸ ਦੇ ਪਾਰਟੀਕਲਸ ਇੰਨੇ ਛੋਟੇ ਹੁੰਦੇ ਨੇ ਕਿ ਦੇ ਡੂ ਨਾਟ ਆਬਸਟ੍ਰਕਟ ਦ ਫਲੋ ਆਫ ਲਾਈਟ। ਜਦਕਿ ਇੱਥੇ ਕੀ ਹੋਏਗਾ, ਇੱਥੇ ਸਾਨੂੰ ਲਾਈਟ ਦਾ ਜਿਹੜਾ ਪਾਥ ਹੈ ਉਹ ਵਿਜ਼ੀਬਲ ਵੀ ਹੋਏਗਾ ਐਂਡ ਉਹ ਬਾਅਦ ਡਾਇਵਰਜ ਵੀ ਹੋਏਗੀ, ਸਪਲਿਟਿੰਗ ਹੋਏਗੀ ਲਾਈਟ ਦੀ। That is known as Tyndall effect. So it's very easy. So this all is given on your notes. ਜਿਹੜੀਆਂ ਮੈਂ ਤੁਹਾਨੂੰ properties discuss ਕੀਤੀਆਂ, they are given on your notes. मैं purification ਤੋਂ ਲੈ ਕੇ ਦੱਸ ਰਿਹਾ on page number 20, 21 and 22. So Tyndall effect show ਕਰਨ ਲਈ show ਕਦੋਂ ਹੁੰਦਾ ਬੱਚੇ, ਠੀਕ ਹੈ ਨਾ? So ਇਹ properties ਤੇ purification methods ਤੁਸੀਂ ਚੰਗੀ ਤਰ੍ਹਾਂ ਕਰ ਲੈਣੇ ਹੈ। So this is about Tyndall effect. So ਹੁਣ ਅਗਰ ਆਪਾਂ ਨੂੰ question ਆਉਂਦਾ ਹੈ ਕਿ what do you mean by Tyndall effect, ਤਾਂ ਆਪਣਾ ਆਨਸਰ ਕੀ ਹੋਏਗਾ ਕਿ the splitting of light particles by the colloidal particles ਜਾਂ dispersed phase particles is known as Tyndall effect. ਆਪਾਂ ਨਾਲ ਉਸ ਨੂੰ explain ਵੀ ਕਰ ਸਕਦੇ ਹਾਂ ਕਿ when a beam of light is passed through a true solution, its path is not visible. However, it becomes visible when we pass it through a colloidal solution. और उसका रीजन की है, रीजन सेम कि जेडे colloidal particles ने they are large enough to split the particles of the to split the ray of the light या light particles. Getting a point? एक चीज होर ध्यान च रखनी है बच्चे, एग्जाम दे विच अगर सोनू Tyndall effect ਦਾ क्वेश्चन doesn't matter 1 mark 2 mark 3 marks किन्ने का भी आवे ਤਾਂ ਆਪਾਂ ਨੂੰ ਨਾਲ ਇਹ ਰਫ ਡਾਇਗਰਾਮ ਬਣਾ ਕੇ ਸ਼ੋ ਕਰਨਾ ਹੀ ਪਏਗਾ। ਇਫ ਯੂ ਵਿਲ ਨਾਟ ਮੇਕ ਦਿਸ ਰਫ ਡਾਇਗਰਾਮ ਤਾਂ ਆਪਾਂ ਨੂੰ ਐਗਜ਼ਾਮ ਵਿੱਚ ਫੁੱਲ ਮਾਰਕਸ ਨਹੀਂ ਮਿਲਣਗੇ। ਗੈਟਿੰਗ? ਸੋ ਨਾਓ ਟੂ ਕੰਟੀਨਿਊ ਵਿਲ ਫਰਸਟ ਡੂ ਕਿ Tyndall ਇਫੈਕਟ ਸ਼ੋ ਕਰਨ ਲਈ ਆਪਣੇ ਕੋਲ ਕਿਹੜੀਆਂ ਕੰਡੀਸ਼ਨਸ ਸੈਟੀਸਫਾਈਡ ਹੋਣੀਆਂ ਚਾਹੀਦੀਆਂ। ਸੋ ਬੱਚੇ ਦੋ ਕੰਡੀਸ਼ਨਸ ਆ ਆਪਣੇ ਪਾਸ Tyndall ਇਫੈਕਟ ਸ਼ੋ ਕਰਨ ਲਈ। ਦ ਨੰਬਰ 1 ਕੰਡੀਸ਼ਨ ਇਜ਼ diameter of dispersed phase particles is not much smaller than the wavelength of the light used. So बच्चे जिस wavelength की थोड़ी light है उस wavelength के मुकाबले जो dispersed phase के particles है, मतलब अपने colloidal particles है, उनका diameter उस तो ज्यादा बहुत ज्यादा छोटा नहीं होना चाहिए। देखो अगर diameter बहुत ज्यादा छोटा होएगा तो वही crystalloids की तरह उसको deflect split नहीं करेंगे। Second, the refractive index of dispersed phase and dispersion media. जो dispersed phase ਦੇ particles है and जो dispersion media ਦੇ particles है, ਉਹਨਾਂ ਦੇ refractive index ਦੇ ਵਿੱਚ ਬਹੁਤ ਜ਼ਿਆਦਾ difference ਹੋਣਾ ਚਾਹੀਦਾ ਹੈ। ठीक है? So the first property is कि dispersed phase ਦੇ particles ਦੀ diameter wavelength of light ਤੋਂ ਜ਼ਿਆਦਾ ਛੋਟੀ ਨਹੀਂ ਹੋਣੀ ਚਾਹੀਦੀ। And दूसरा dispersed phase ਤੇ dispersion media ਦੇ particles ਦੇ refractive indices ਦੇ ਵਿੱਚ ਬਹੁਤ ਜ਼ਿਆਦਾ difference ਹੋਣਾ ਚਾਹੀਦਾ ਹੈ। अगर ये दो कंडीशन सैटिस्फाइड होंगियां फिर ही स्प्लिटिंग ऑफ लाइट यानी कि Tyndall इफेक्ट ऑब्जर्व होएगा। एंड वंस अगेन आई विल रिपीट ताकि तुम लर्न हो जाए चंगी तरह कि Tyndall इफेक्ट इज द बेसिस ऑफ अल्ट्रा माइक्रोस्कोप। डन। नेक्स्ट टाइप ऑफ प्रॉपर्टीज। सो बच्चे अपने फिजिकल प्रॉपर्टीज कर लिया, मैकेनिकल प्रॉपर्टीज कर लिया, कॉलिगेटिव प्रॉपर्टीज डिस्कस कर लिया। ठीक है? नाउ ऑप्टिकल प्रॉपर्टीज भी कर लिया एंड द लास्ट प्रॉपर्टी जो अपन ने करनी है 5th कैटेगरी दैट इज कॉल्ड
electrical properties. सो इलेक्ट्रिकल प्रॉपर्टीज आप पहले ही कर चुके हैं, मतलब थोड़ा जिहा डिस्कस आप कर चुके हैं, कुछ आप हुण करांगे। सो पहले ही आप कर चुके हैं बच्चे कि जब कोलाइडल पार्टिकल्स होंगे, देखो इलेक्ट्रिकल प्रॉपर्टीज किसने करके होंगी है, चार्ज के ऊपर। आप कर चुके हैं कि कोलाइडल पार्टिकल्स दे कैरी सम चार्ज, ईदर पॉजिटिव और नेगेटिव, लास्ट लेक्चर च कीता है, एंड दैट चार्ज इज रिस्पॉन्सिबल फॉर देयर स्टेबिलिटी। ਹੁਣ ਬੱਚੇ ਇੱਕ ਸਟੇਟਮੈਂਟ ਯੂ ਹੈਵ ਟੂ ਰਿਮੈਂਬਰ ਆਲਵੇਜ਼, ਕਿਉਂਕਿ ਇਹ ਕਈ ਬੁక్స్ ਦੇ ਵਿੱਚ ਹੋ ਸਕਦਾ ਹੈ, ਨੋਟਸ ਦੇ ਵਿੱਚ ਵੀ ਕਈ ਬੁక్స్ ਦੇ ਵਿੱਚ ਉਲਟਾ ਲਿਖਿਆ ਹੁੰਦਾ ਹੈ, ਤਾਂ ਯਾਦ ਰੱਖਣਾ ਹੈ ਕਿ ਓਨਲੀ ਦ ਡਿਸਪਰਸਡ ਫੇਜ਼ ਪਾਰਟੀਕਲਸ ਕੈਰੀ ਸਮ ਚਾਰਜ, ਚਾਹੇ ਉਹ ਪੋਜ਼ਿਟਿਵ ਹੋਵੇ ਚਾਹੇ ਨੈਗੇਟਿਵ ਹੋਵੇ। ਡਿਸਪਰਸ਼ਨ ਮੀਡੀਆ ਦੇ ਉੱਪਰ ਕਦੇ ਵੀ ਕੋਈ ਵੀ ਚਾਰਜ ਨਹੀਂ ਹੁੰਦਾ। ਬੁక్స్ ਦੇ ਵਿੱਚ ਕਈ ਵਾਰ ਕੀ ਲਿਖਿਆ ਹੁੰਦਾ ਹੈ ਕਿ ਡਿਸਪਰਸ਼ਨ ਮੀਡੀਆ ਦੇ ਉੱਪਰ ਆਪੋਜ਼ਿਟ ਚਾਰਜ ਹੁੰਦਾ ਹੈ, ਨਹੀਂ, डिस्पर्स्ड फेज पार्टिकल्स दे ऊपर चार्ज हुंदा है, चाहे पॉजिटिव होवे चाहे नेगेटिव। डिस्पर्शन मीडिया दे ऊपर कदे कोई चार्ज नहीं हुंदा, इट इज न्यूट्रल। सो जिहड़ा ये चार्ज है इट इज रिस्पॉन्सिबल फॉर द स्टेबिलिटी ऑफ द कोलॉइड्स। ते आपां कर भी चुके कि ये चार्ज कित्थों डेवलप हुंदा है ना। मेन आपां देखो बच्चे, आपां कहने हैं कि 3 सोर्सेस हुंदे ने इस चार्ज दे। नंबर 1 फ्रिक्शन, नंबर 2 डिसोसिएशन, नंबर 3 जो अपना मेजर है एडजॉर्प्शन ऑफ लाइक आयंस। सो दिस इज योर मेजर पॉइंट, ठीक है ना, जो आप डिस्कस कर चुके हैं। आप फिर हुण एक बार हल्का जिहा रिपीट कर लेंगे हैं। फ्रिक्शन क्लासिकल एग्जाम्पल, आप जिवें स्केल नूं रब करदे हुंदे हैं, फिर उहदे उपर पेपर बिट्स चिपक जांदे आके, सो इट मीन्स फ्रिक्शन हैज गिवन इट a specific charge। Dissociation ਲਈ मैं soap ਦੀ एग्जांपल लूंगा। आपने कहा सी soaps are defined as the sodium या potassium salts of long chain fatty acids। So जो तुसी इसनु soap ਨੂੰ ਪਾਣੀ ਚ ਲੈਣੇ ਹੋ, it dissociates into K positive and ਬਾਕੀ ਹਿੱਸਾ ਕੀ ਬਣ ਜਾਂਦਾ ਬੱਚੇ, negative। So ਇਸ ਦੇ ਉੱਪਰ positive ਜਾਂ negative charge ਆ ਗਿਆ which is responsible। So this dissociation is responsible for the development of charge। ਇਹੀ ਸੋਪ ਦੇ ਪਾਰਟੀਕਲਸ ਅੱਗੇ ਐਡਜ਼ੌਰਬ ਹੋ ਜਾਂਦੇ ਨੇ ਆਪਣੇ ਕਲੌਥ ਦੇ ਉੱਪਰ ਜਿਹੜਾ ਆਇਲ ਹੁੰਦਾ ਹੈ, ਆਪਾਂ ਉਹ ਮਿਸਲੀਜ਼ ਦੀ ਫਾਰਮੇਸ਼ਨ ਕਰ ਚੁੱਕੇ, ਠੀਕ ਹੈ। ਨਾਓ ਐਡਜ਼ੌਰਪਸ਼ਨ, ਸੋ ਦਿਸ ਇਜ਼ ਕਾਲਡ ਸਿਲੈਕਟਿਵ ਐਡਜ਼ੌਰਪਸ਼ਨ ਆਫ ਆਇਨਸ। ਆਪਾਂ ਨੇ ਕੀ ਕੀਤਾ ਸੀ ਕਿ ਦ ਕੋਲੋਇਡਲ ਪਾਰਟੀਕਲਸ ਹੈਵ ਅ ਪ੍ਰੋਪਰਟੀ ਕਿ ਉਹ ਆਪਣੇ ਉੱਪਰ ਲਾਈਕ ਆਇਨਸ ਨੂੰ ਐਡਜ਼ੌਰਬ ਕਰ ਲੈਂਦੇ ਨੇ। ਯਾਦ ਹੈ ਨਾ, ਜਦੋਂ ਆਪਾਂ ਨੇ ਅਗੇਨ ਦੇਖੋ ਆਪਣੀ ਉਹੀ ਪ੍ਰੋਸੈਸ ਰਿਪੀਟ ਹੋ ਰਹੀ ਹੈ। ਆਪਾਂ ਫੈਰਿਕ ਕਲੋਰਾਈਡ ਦੇ ਵਿੱਚ ਵਾਟਰ ਪਾਇਆ, अपने को बन गया फेरिक हाइड्रोक्साइड प्लस HCl। ਆਪਾਂ ਇਸ ਨੂੰ ਲਵਾਂਗੇ ਐਕਸੈਸ ਦੇ ਵਿੱਚ, ਯਾਦ ਹੈ ਕਿ ਨਹੀਂ, ਤਾਂ ਜਿਹੜੇ Fe3 ਪੋਜ਼ਿਟਿਵ ਆਇਨਸ ਹੈ ਉਹ ਇਸ ਦੇ ਮੋਲੀਕਿਊਲਸ ਦੇ ਉੱਪਰ ਆ ਕੇ ਐਦਾਂ ਐਡਜ਼ੌਰਬ ਹੋ ਜਾਣਗੇ। ਸੋ ਦਿਸ ਸੋਲ ਵਿਲ ਬਿਕਮ ਪੋਜ਼ਿਟਿਵਲੀ ਚਾਰਜਡ। ਸੋ ਸਭ ਨੂੰ ਯਾਦ ਹੀ ਹੋਏਗਾ। ਫਿਰ ਆਪਾਂ ਨੇ ਇਹ ਵੀ ਕੀਤਾ ਸੀ ਕਿ ਜਿਹੜੇ ਸਿਲਵਰ ਹੈਲਾਈਡਸ ਹੈ ਉਹ ਆਪਾਂ ਦੋਨੋਂ ਇਲੈਕਟ੍ਰੋਲਾਈਟਸ ਤੋਂ ਹੀ ਬਣਾਉਂਦੇ ਆ। ਲਾਈਕ ਫॉर एग्जांपल अगर मैं AgI बनाना है तो ਉਹਦੇ ਲਈ मैं यूज करना है AgNO3 plus Ki। सो दोनों ही इलेक्ट्रोलाइट्स है। अगर मैं इसमें एक्सेस चलाऊंगा तो Ag पॉजिटिव एडजॉर्ब हो जाएगा तो पॉजिटिवली चार्ज्ड, अगर मैं इसमें एक्सेस चलाऊंगा तो I नेगेटिव एडजॉर्ब हो जाएगा तो नेगेटिवली चार्ज्ड। याद है सबनों ये बच्चे। सो दिस इज द रीजन फॉर द डेवलपमेंट ऑफ चार्ज। और इसी चार्ज कारण अपने को आंदियां ने कुछ इलेक्ट्रिकल प्रॉपर्टीज। सो नाउ फिर मैं ਤੁਹਾਨੂੰ ਕਿਹਾ ਸੀਗਾ ਕਿ ਕੁਝ ਆਪਾਂ ਨੇ ਲਰਨ ਕਰਨੇ ਹੈ ਕੋਲੋਇਡਲ ਪਾਰਟੀਕਲਸ। ਉਹਦੇ ਵਿੱਚ ਮੈਂ ਤੁਹਾਨੂੰ ਕੀ ਦੱਸਿਆ ਸੀ ਕਿ ਜਿਹੜੇ ਮੈਟਲ ਦੇ ਹਾਈਡਰੋਕਸਾਈਡਸ ਹੁੰਦੇ ਨੇ ਦੇ ਆਰ ਪੋਜ਼ਿਟਿਵਲੀ ਚਾਰਜਡ, ਜੋ ਮੈਟਲਸ ਖੁਦ ਹੁੰਦੇ ਆ 골ਡ ਸਿਲਵਰ ਕੋਈ ਵੀ ਦੇ ਆਰ ਨੈਗੇਟਿਵਲੀ ਚਾਰਜਡ, ਮੈਟਲ ਦੇ ਸਲਫਾਈਡਸ ਆਰ ਨੈਗੇਟਿਵਲੀ ਚਾਰਜਡ। ਤੁਹਾਡੇ ਨੋਟਸ ਦੇ ਉੱਪਰ ਪੂਰਾ ਦਾ ਪੂਰਾ ਚਾਰਟ ਮੈਂ ਬਣਾਇਆ ਹੋਇਆ ਹੈ ਪੋਜ਼ਿਟਿਵ ਲਾਈਨ ਚਾਰਜ ਨੈਗੇਟਿਵਲੀ ਚਾਰਜ ਸੋਲਸ ਦਾ, ਪੇਜ ਨੰਬਰ 24 ਤੇ। ਸੋ ਇਸ ਦੇ ਵਿੱਚ ਸਾਰੇ ਉਹ ਪਾਰਟੀਕਲਸ ਮੈਂਸ਼ਨਡ ਹੈ, ਜਿੱਦਾਂ ਕਿ ਮੈਟਲ ਦੇ ਹਾਈਡਰੋਕਸਾਈਡਸ ਤੇ ਮੈਟਲ ਦੇ ਆਕਸਾਈਡਸ ਕੀ ਹੁੰਦੇ ਨੇ ਬੱਚੇ, ਪੋਜ਼ਿਟਿਵ। ਬੇਸਿਕ ਡਾਈਜ਼ ਕੀ ਹੁੰਦੇ ਨੇ, ਪੋਜ਼ਿਟਿਵ। ਐਦਾਂ ਹੀ ਐਸਿਡਿਕ ਡਾਈਜ਼ ਨੈਗੇਟਿਵ, metals are negative, metal ਦੇ sulfides are negative। But again I repeat कि important to be remembered is कि metal hydroxides are negative, metal hydroxides are positive, metals are negative, metal sulfides are negative,
and silver halides can be either negative or positive. So these four are important. Now, so इस चार्ज कारण of course colloidal particles ਦੇ ਉੱਪਰ कुछ properties develop हो ਜਾਂਦੀਆਂ। ਉਹ ਦੋ properties ਆਪਾਂ ਨੇ ਪੜ੍ਹਨੀ ਹੈ। Number 1 electrophoresis and number 2 electroosmosis। इस चो आप सिर्फ एक डिस्कस करांगे बच्चे इलेक्ट्रोफोरेसिस। इलेक्ट्रोऑस्मोसिस ਆਪਾਂ डिस्कस नहीं करांगे। द रीजन बीइंग कि ਆਪਾਂ ਲਾਸਟ ਚੈਪਟਰ ਦੇ ਵਿੱਚ ऑस्मोसिस कर ही चुके हैं, ठीक है। तो ਜਦੋਂ ऑस्मोसिस ਨੂੰ ਆਪਾਂ कैरी आउट करते हैं अंडर द इन्फ्लुएंस ऑफ इलेक्ट्रिक फील्ड ਉਹਨੂੰ ਫਾਸਟ ਕਰਨ ਲਈ then it becomes electroosmosis। ਸੋ ਆਪਾਂ ਨੇ ऑस्मोसिस ਕੀ ਕੀਤਾ ਸੀ, ਅਗਰ ਤੁਹਾਨੂੰ ਯਾਦ ਹੋਵੇ ਆਪਾਂ ਨੇ ਕਿਹਾ ਸੀ osmosis is defined as the movement of solvent particles only through a semi permeable membrane। याद है ना। तो हुण आपां कह दांगे electroosmosis is defined as the movement of dispersion media particles through a semi permeable membrane under the influence of electric field, ठीक है ना। electrophoresis हुण आ जाओ बच्चे, electrophoresis ਨੂੰ ਸਮਝਣ ਲਈ ਜਸਟ ਆਪਣੇ ਮਾਈਂਡ 'ਚ ਲੈ ਕੇ ਆਓ। ਜਸਟ ਆਪਾਂ ਜੋ ਕਰਦੇ ਹਾਂ ਇਲੈਕਟ੍ਰੋਲਿਸਿਸ। ਤਾਂ ਇਲੈਕਟ੍ਰੋਲਿਸਿਸ ਕੀ ਹੁੰਦੀ ਹੈ, ਪਹਿਲਾਂ ਮੈਂ ਤੁਹਾਨੂੰ ਇਲੈਕਟ੍ਰੋਲਿਸਿਸ ਬਰੀਫ ਕਰ ਦਿੰਦਾ। ਤਾਂ ਇਲੈਕਟ੍ਰੋਲਿਸਿਸ 'ਚ ਆਪਾਂ ਆਪਣਾ ਸੋਲਵੈਂਟ ਲੈਣੇ ਆ, ਉਹਦੇ ਵਿੱਚ ਕੋਈ ਵੀ ਇਲੈਕਟ੍ਰੋਲਾਈਟ ਹੁੰਦਾ ਜਿੱਦਾਂ ਕਿ Na ਪੋਜ਼ਿਟਿਵ ਐਂਡ Cl ਨੈਗੇਟਿਵ। ਫਿਰ ਆਪਾਂ ਉਸ ਨੂੰ ਇੱਕ ਕੈਥੋਡ ਇੱਕ ਐਨੋਡ ਲਗਾ ਦਿੰਦੇ ਆ। ਪੋਜ਼ਿਟਿਵ ਪਾਰਟੀਕਲਸ ਮੂਵ ਟੁਵਰਡਸ ਕੈਥੋਡ ਐਂਡ ਨੈਗੇਟਿਵ ਪਾਰਟੀਕਲਸ ਮੂਵ ਟੁਵਰਡਸ ਐਨੋਡ। ਇਹੀ ਹੁੰਦੀ ਹੈ ਬੱਚੇ ਇਲੈਕਟ੍ਰੋਲਿਸਿਸ। ਇਹ ਸਿਮਿਲਰ ਪ੍ਰੋਸੈਸ ਜਦੋਂ ਆਪਾਂ ਕੈਰੀ ਆਊਟ ਕਰਦੇ ਆ in case of colloidal solutions ਉਹਦਾ ਨੇਮ ਹੋ ਜਾਂਦਾ electrophoresis। ਹੁਣ ਕੀ ਹੋਏਗਾ, ਸੋ ਆਪਾਂ ਇੱਥੇ ਲੈ ਲਏ ਕੋਈ ਵੀ colloidal particles। ਮੈਂ ਦੋ ਐਗਜ਼ਾਮਪਲਸ ਪੈਰਲਲ ਲੈ ਕੇ ਚੱਲੂੰਗਾ, ਇੱਕ ਪੋਜ਼ਿਟਿਵ ਦੀ ਇੱਕ ਨੈਗੇਟਿਵ ਦੀ, ਤਾਂ ਕਿ ਤੁਹਾਨੂੰ ਕਲੀਅਰ ਹੋ ਜਾਵੇ। ਸੋ ਦਿਸ ਇਜ਼ ਆਰ ਡਿਸਪਰਸ਼ਨ ਮੀਡੀਆ, ਕੈਥੋਡ ਐਨੋਡ। ਇੱਥੇ ਬੱਚੇ ਮੈਂ ਆਪਣਾ ਫੈਰਿਕ ਹਾਈਡਰੋਕਸਾਈਡ ਸੋਲ ਲੈ ਲਿਆ, ਇੱਥੇ ਮੈਂ ਲੈ ਲਿਆ ਗੋਲਡ ਸੋਲ, ठीक है, गोल्ड ਦਾ ਸੋਲ। ਹੁਣ we know ਕਿ ਜਿਹੜਾ ਫੈਰਿਕ ਹਾਈਡਰੋਕਸਾਈਡ ਹੈ it is a positively charged soul ਤੇ gold is a negatively charged soul। ਬਸ ਸੇਮ ਪ੍ਰੋਸੈਸ ਹੋਏਗਾ। ਫੈਰਿਕ ਹਾਈਡਰੋਕਸਾਈਡ being positive ਉਹ ਕੈਥੋਡ ਤੇ ਜਾ ਕੇ ਨਿਊਟਰਲ ਹੋ ਕੇ ਜਮਾ ਹੋ ਜਾਏਗਾ। गोल्ड नेगेटिवली चार्ज होने करके एनोड ਤੇ ਜਾ ਕੇ ਨਿਊਟਰਲ ਹੋ ਕੇ डिपॉजिट हो जाएगा। सो अपना आंसर की होएगा इलेक्ट्रोफोरेसिस लिए ਆਪਾਂ ਕੀ ਲਿਖਾਂਗੇ, the movement of colloidal particles under the influence of electric field is known as electrophoresis। फिर ਆਪਾਂ ਲਿਖਾਂਗੇ the colloidal particles bear some charge either positive or negative, so depending upon what charge they have, ठीक है, कि they are deposited on cathode or anode when electricity is passed through them। Positively charged particles deposit at cathode while the negatively charged particles deposit at anode। So this process is called electrophoresis। So bache, with this we complete the properties of colloidal particles। So अपन ने सारियां properties कर लिया, जिन्नियां भी properties कीतियां ਆਪਾਂ कुछ ना कुछ थोड़ियां बहुत पिछले lectures discuss कीतियां हुई सी। I think इलेक्ट्रोफोरेसिस इज द ओनली प्रॉपर्टी ते एक डायलिसिस जो अपन ने आज नवीं डिस्कस कीतियां, क्योंकि पहला डायलिसिस ते इलेक्ट्रोफोरेसिस अपन ने डिस्कस नहीं कीती सी, ठीक है ना। सो दे विचों ड्यूरिंग द डाउट्स टाइम इन द लास्ट लेक्चर एक बच्चे ने पूछा भी सी क्वेश्चंस दे विच टर्म सीगी एक ऑप्शंस दे विच इलेक्ट्रोफोरेसिस, ठीक है, एक होर सीगी कैटाफोरेसिस वो भी आएगी। तो इलेक्ट्रोफोरेसिस अपनी इत्थे क्लियर होगी, फाइन। सो नाउ वी शैल डिस्कस द नेक्स्ट टॉपिक। So the next topic is coagulation बच्चे। Now first of all coagulation हुंदी की है ना, तीन टर्म्स आप इकट्ठियां करांगे। coagulation also called आप also called नहीं कह सकते, मैं दस दें की डिफरेंस है, precipitation या फिर flocculation। coagulation, precipitation और flocculation। सो देखो बच्चे ਆਪਾਂ ਨੇ ਕੀ ਕਿਹਾ ਹੈ कि suppose this is our dispersion media, ਇਸ ਦੇ ਵਿੱਚ colloidal particles suspended है, dispersed phase।
ठीक है। ਤੇ ਆਪਾਂ ਨੇ ਕਿਹਾ ਕਿ ਇਹ ਕਿਉਂ ਸਸਪੈਂਡਡ ਹੈ, ਕਿਉਂਕਿ ਇਹਨਾਂ ਦੇ ਉੱਪਰ ਕੋਈ ਨਾ ਕੋਈ ਚਾਰਜ ਹੈ, ਚਾਹੇ ਪੋਜ਼ਿਟਿਵ ਚਾਹੇ ਨੈਗੇਟਿਵ। ਮੈਂ ਪੋਜ਼ਿਟਿਵ ਲੈ ਕੇ ਚੱਲ ਰਿਹਾ। ਡਨ। ਜਦੋਂ ਇਹ ਇੱਕ ਦੂਸਰੇ ਦੇ ਕੋਲੇ ਆਉਣ ਦੀ ਕੋਸ਼ਿਸ਼ ਕਰਦੇ ਆ, ਪਾਸ ਆਉਣ ਦੀ ਕੋਸ਼ਿਸ਼ ਕਰਦੇ ਆ, ਤਾਂ ਦੇ ਰਿਪੈਲ ਈਚ ਅਦਰ and repel होके they again go away from each other and they remain suspended in the dispersion media। so ਹੁਣ ਤੁਸੀਂ ਖੁਦ ਸੋਚੋ ਕਿ ਅਗਰ ਮੈਂ ਇਹਨਾਂ ਨੂੰ precipitate, coagulate ਜਾਂ flocculation ਕਰਨੀ ਹੈ ਇਹਨਾਂ ਦੀ। ਦੇਖੋ ਬੱਚੇ, precipitation ਦਾ ਮਤਲਬ ਆਪਾਂ ਇਹ ਨਹੀਂ ਕਹਿ ਸਕਦੇ ਕਿ ਤਿੰਨੋਂ ਟਰਮ ਸੇਮ ਹੈ। precipitation ਦਾ ਮਤਲਬ ਹੁੰਦਾ ਜਸਟ ਨੀਚੇ ਬੈਠਣਾ। coagulation ਤੇ floccules ਕੀ ਹੁੰਦੇ ਨੇ? flocculation ਕੀ ਹੁੰਦੀ ਹੈ? ਇਕੱਠੇ ਹੋ ਜਾਣਾ। ਤਾਂ precipitation ਹੋਣ ਨਾਲ ਇਹ ਪਾਰਟੀਕਲਸ ਇਕੱਠੇ ਹੋ ਜਾਣਗੇ, ਠੀਕ ਹੈ ਨਾ। ਸੋ coagulation is a result of precipitation, ਆਪਾਂ ਇਹ ਵੀ ਕਹਿ ਸਕਦੇ ਹਾਂ। ਤਾਂ ਹੁਣ ਦੇਖੋ, ਅਗਰ ਮੈਂ ਚਾਹਾਂ ਕਿ ਇਹ ਸਾਰੇ ਇਕੱਠੇ ਹੋ ਜਾਣ ਤੇ ਨੀਚੇ ਬੈਠ ਜਾਣ, ਤਾਂ ਆਫ ਕੋਰਸ ਮੈਨੂੰ ਕੀ ਕਰਨਾ ਪਏਗਾ? ਹਾਂਜੀ, ਤੁਹਾਡੇ ਮਾਈਂਡ 'ਚ ਕੀ ਆਇਆ ਆਨਸਰ? ਸੋ ਬੇਸਿਕਲੀ ਮੈਨੂੰ ਇਹਨਾਂ ਦਾ ਚਾਰਜ ਖਤਮ ਕਰਨਾ ਪਏਗਾ, ਕਿਉਂਕਿ ਅਗਰ ਇਹ ਨਿਊਟਰਲ ਹੋ ਗਏ ਤਾਂ ਨਿਊਟਰਲ ਹੋ ਕੇ ਇਹਨਾਂ 'ਚ ਰਿਪਲਸ਼ਨ ਨਹੀਂ ਹੋਏਗੀ, ਪਾਸ ਆ ਜਾਣਗੇ, ਪਾਸ ਹੋ ਕੇ ਨੀਚੇ ਬੈਠ ਜਾਣਗੇ, ਪ੍ਰਿਸਿਪਿਟੇਟ ਹੋ ਜਾਣਗੇ, ਫਲੌਕਿਊਲਸ ਬਣ ਜਾਣਗੇ, ਕੋਐਗੂਲੇਟਸ ਬਣ ਜਾਣਗੇ, ਠੀਕ ਹੈ ਨਾ। ਸੋ ਇਹ ਕਿਵੇਂ ਕਰੂੰਗਾ ਮੈਂ? ਸੋ ਦੇਖੋ, ਮੈਂ ਇਸ ਦੇ ਵਿੱਚ ਕੋਈ ਵੀ ਇਲੈਕਟ੍ਰੋਲਾਈਟ ਪਾ ਦੂੰਗਾ। ਫੋਰ ਐਗਜ਼ਾਮਪਲ ਮੈਂ NaCl ਪਾਤਾ, ਤਾਂ ਇਹ ਆਪਣੇ ਤੋਂ ਆਪੋਜ਼ਿਟਲੀ ਚਾਰਜਡ ਆਇਨਸ ਨੂੰ ਆਪਦੇ ਉੱਪਰ ਐਬਜ਼ੌਰਬ ਕਰ ਲੈਣਗੇ। ਫੋਰ ਐਗਜ਼ਾਮਪਲ ਇਹਨਾਂ ਨੇ Cl ਨੈਗੇਟਿਵ ਨੂੰ ਐਬਜ਼ੌਰਬ ਕਰ ਲਿਆ, ਤਾਂ Cl ਨੈਗੇਟਿਵ ਤੇ ਪੋਜ਼ਿਟਿਵ ਮਿਲ ਕੇ ਕੀ ਹੋ ਗਏ? ਇਹ ਨਿਊਟਰਲ ਹੋ ਕੇ ਪਾਸ ਆ ਗਏ। ਅਗੇਨ ਦੇਖੋ, ਇੱਕ ਬਿਲਕੁਲ ਦੇਸੀ ਐਗਜ਼ਾਮਪਲ ਜੋ ਆਪਾਂ ਪਹਿਲਾਂ ਵੀ ਲੈ ਚੁੱਕੇ। ਹੁਣ ਆਪਾਂ ਪਨੀਰ ਕਿਵੇਂ ਨਿਕਾਲਦੇ ਆ? ਨਿੰਬੂ ਨਿਚੋੜ ਕੇ ਬੱਚੇ। ਤਾਂ ਨਿੰਬੂ ਦੇ ਵਿੱਚ ਕੀ ਹੁੰਦਾ ਹੈ? ਸਿਟ੍ਰਿਕ ਐਸਿਡ। ਸਿਟ੍ਰਿਕ ਐਸਿਡ ਵੀ ਕੀ ਹੈ? ਇੱਕ ਇਲੈਕਟ੍ਰੋਲਾਈਟ। ਸੋ ਮਿਲਕ ਪ੍ਰੋਟੀਨਸ ਜਿਹੜੇ ਹੁੰਦੇ ਨੇ ਉਹਨਾਂ ਉੱਤੇ ਨੈਗੇਟਿਵ ਚਾਰਜ ਹੁੰਦਾ ਹੈ, ਉਹ ਪੋਜ਼ਿਟਿਵ ਚਾਰਜ ਨੂੰ ਆਪਦੇ ਉੱਪਰ ਐਬਜ਼ੌਰਬ ਕਰਕੇ ਕੀ ਹੋ ਜਾਣਗੇ? ਕੋਐਗੂਲੇਟ। ਗੈਟਿੰਗ ਅ ਪੁਆਇੰਟ? So this is what you mean by coagulation। So coagulation ਦੀ definition ਕੀ ਆਏਗੀ? ਆਪਾਂ ਕਹਾਂਗੇ ਕਿ the process of formation of floccules of the colloidal particles या converting them into floccules या coagulates by the addition of an electrolyte या excess of an electrolyte is known as coagulation या flocculation, ठीक है ना। Now you getting a point? So this is what you mean by electrolytic addition। ਆਪਾਂ ਇਹਦੇ ਵਿੱਚ ਇਲੈਕਟ੍ਰੋਲਾਈਟ ਪਾ ਕੇ ਆਪਾਂ ਇਸ ਨੂੰ ਨਿਊਟਰਲਾਈਜ਼ ਕਰਤਾ। ਕੋਈ ਵੀ ਇਲੈਕਟ੍ਰੋਲਾਈਟ ਬੱਚੇ ਆਪਾਂ ਐਡ ਕਰ ਸਕਦੇ ਹਾਂ। ਦੇਖੋ ਫੋਰ ਐਗਜ਼ਾਮਪਲ, ਅਗਰ ਇਹ 골ਡ ਸੋਲ ਹੁੰਦਾ, ਫੋਰ ਐਗਜ਼ਾਮਪਲ ਅਗਰ ਆਪਾਂ ਫੈਰਿਕ ਹਾਈਡਰੋਕਸਾਈਡ ਦੀ ਬਜਾਏ ਕੋਈ ਸਲਫਾਈਡ ਜਾਂ 골ਡ ਸੋਲ ਲੈ ਲੈਂਦੇ ਵਿਚ ਹੈਵ ਨੈਗੇਟਿਵ ਚਾਰਜ, ਸੋ ਇਹ ਨੈਗੇਟਿਵ ਚਾਰਜ ਹੋਣਾ ਸੀ। ਤਾਂ ਨੈਗੇਟਿਵ ਚਾਰਜ ਦੇ ਉੱਪਰ ਕੀ ਹੁੰਦਾ ਬੱਚੇ? ਬਸ ਸੋਡੀਅਮ ਪਲੱਸ ਆ ਕੇ ਐਬਜ਼ੌਰਬ ਹੋ ਜਾਂਦਾ। ਤਾਂ ਸੋਡੀਅਮ ਪਲੱਸ ਉਸ ਨੂੰ ਕੀ ਕਰ ਦਿੰਦਾ? ਨਿਊਟਰਲਾਈਜ਼। ਆਈ ਹੋਪ ਡਨ। ਸੋ ਆਪਣੇ ਕੋਲ ਫਲੌਕਿਊਲਸ ਬਣ ਜਾਣਗੇ, ਕੋਐਗੂਲੇਸ਼ਨ ਹੋ ਜਾਏਗੀ, ਠੀਕ ਹੈ ਨਾ। ਆਪਾਂ ਇਸ ਪੁਆਇੰਟ ਤੇ ਵਾਪਸ ਆਵਾਂਗੇ ਇਲੈਕਟ੍ਰੋਲਾਈਟਿਕ ਐਡੀਸ਼ਨ ਦੇ ਉੱਪਰ ਵਿਦ ਅ ਵੈਰੀ ਇੰਪੋਰਟੈਂਟ ਟੌਪਿਕ। ਬਟ ਉਸ ਤੋਂ ਪਹਿਲਾਂ ਆਪਾਂ ਕੁਝ ਹੋਰ ਮੈਥਡਸ ਜਿਹੜੇ ਆਪਾਂ ਡਿਸਕਸ ਕਰ ਚੁੱਕੇ ਹਾਂ ਆਪਾਂ ਖਤਮ ਕਰ ਦਿੰਦੇ ਹਾਂ। ਸੋ ਸੈਕੰਡ ਮੈਥਡ ਬੱਚੇ ਕਰਨਾ ਆਪਾਂ ਨੇ ਇਹੀ ਹੈ ਇੰਪੋਰਟੈਂਟ। ਅਗਰ ਕੋਐਗੂਲੇਸ਼ਨ ਆਂਦੀ ਹੈ ਤਾਂ ਆਪਾਂ ਨੇ ਇਹੀ ਡਿਸਕਸ ਕਰਨਾ ਹੈ। ਨੈਕਸਟ ਇਜ਼ ਮਿਊਚੁਅਲ ਪ੍ਰਿਸਿਪਿਟੇਸ਼ਨ। ਸੋ ਮਿਊਚੁਅਲ ਕੀ ਹੁੰਦਾ? ਇੱਕ ਦੂਸਰੇ ਦੇ ਨਾਲ, ਹਨਾ। ਸੋ ਆਪਾਂ ਕੀ ਕਰਾਂਗੇ? ਆਪਾਂ ਇੱਕ ਪੋਜ਼ਿਟਿਵਲੀ ਚਾਰਜ ਸੋਲ ਲੈ ਲਾਂਗੇ, ਆਪਾਂ ਇੱਕ ਪੋਜ਼ਿਟਿਵਲੀ ਚਾਰਜ ਸੋਲ ਲੈ ਲਾਂਗੇ, ਇੱਕ ਨੈਗੇਟਿਵਲੀ ਚਾਰਜ ਸੋਲ ਲੈ ਲਾਂਗੇ, ਦੋਨਾਂ ਨੂੰ ਆਪਸ ਚ ਮਿਕਸ ਕਰ ਦਾਂਗੇ, ਦੋਨੋਂ ਇੱਕ ਦੂਸਰੇ ਨੂੰ ਨਿਊਟਰਲਾਈਜ਼ ਕਰ ਦੇਣਗੇ। ਨਿਊਟਰਲਾਈਜ਼ ਕਰਨ ਤੋਂ ਬਾਅਦ ਦੋਨੋਂ ਕੋਐਗੂਲੇਟ ਹੋ ਜਾਣਗੇ। ਡਨ, ਸਿੰਪਲ। ਥਰਡ, ਡਾਇਲਿਸਿਸ ਆਪਾਂ ਨੇ ਅੱਜ ਹੀ ਕਰ ਲਿਆ ਕਿ ਆਪਾਂ ਇੱਕ ਕਲੌਥ ਲੈ ਕੇ, ਆਪਾਂ ਇੱਕ ਪਾਰਚਮੈਂਟ ਮੈਂਬਰੇਨ ਦਾ ਇੱਕ ਬੈਗ ਲੈ ਕੇ ਕੋਲੋਇਡਲ ਸੋਲੂਸ਼ਨ ਨੂੰ ਉਹਦੇ ਵਿੱਚ ਸਸਪੈਂਡ ਕਰ ਦਾਂਗੇ। ਸਾਰਾ ਡਿਸਪਰਸ਼ਨ ਮੀਡੀਅਮ ਤੇ ਕ੍ਰਿਸਟਲਾਈਡਸ ਉਹਦੇ ਵਿੱਚੋਂ ਪਾਸ ਹੋ ਜਾਣਗੇ। ਆਪਣੇ ਕੋਲ ਐਂਡ ਤੇ ਕੀ ਬਚ ਜਾਏਗਾ? ਕੋਲੋਇਡਲ ਪਾਰਟੀਕਲਸ, ਠੀਕ ਹੈ ਨਾ, ਜਿਵੇਂ ਆਪਾਂ ਪਨੀਰ ਨੂੰ ਬੰਨ੍ਹਦੇ ਹੁੰਦੇ ਆ। ਥਰਡ ਇਜ਼ ਬਾਈ ਹੀਟਿੰਗ ਔਰ ਬਾਈ ਕੂਲਿੰਗ। ਹੀਟਿੰਗ ਜਾਂ ਕੂਲਿੰਗ ਨਾਲ ਕਲਾਸਿਕਲ ਐਗਜ਼ਾਮਪਲ ਇਜ਼ ਜਿਵੇਂ ਆਪਾਂ ਘਰੇ ਮਿਲਕ ਦੇ ਉੱਪਰ ਮਲਾਈ ਆਉਂਦੀ ਹੈ, ਆਪਾਂ ਪਹਿਲਾਂ ਮਿਲਕ ਨੂੰ ਕੀ ਕਰਦੇ ਹਾਂ? ਹੀਟ ਕਰਨ ਤੋਂ ਬਾਅਦ ਜਦੋਂ ਉਹ ਬੋਇਲ ਹੋ ਜਾਂਦਾ ਹੈ ਆਪਾਂ ਉਸ ਨੂੰ ਫ੍ਰਿਜ 'ਚ ਰੱਖ ਦਿੰਦੇ ਹਾਂ, ਉਹ ਕੂਲ ਹੋ ਜਾਂਦਾ ਹੈ।
ਤਾਂ ਉੱਪਰ ਦੇਖੋ ਮਲਾਈ ਆ ਜਾਂਦੀ ਹੈ, ਉਸ ਤੋਂ ਆਪਾਂ ਰਿਮੂਵ ਕਰ ਲੈਂਦੇ ਹਾਂ। ਠੀਕ ਹੈ। ਅੱਛਾ, ਐਗਸ ਦੀ ਐਗਜ਼ਾਮਪਲ ਵੀ ਲੈ ਸਕਦੇ ਹੋ। ਆਪਾਂ ਐਗਸ ਨੂੰ ਬੋਇਲ ਕਰਦੇ ਹਾਂ, ਬੋਇਲ ਕਰਕੇ ਉਹ ਜਿਹੜਾ ਐਗ ਪ੍ਰੋਟੀਨ ਹੁੰਦਾ ਸਾਰਾ ਸੋਲਿਡਿਫਾਈ ਹੋ ਜਾਂਦਾ ਹੈ, ਕੋਐਗੂਲੇਟ ਕਰ ਜਾਂਦਾ ਹੈ। ਇੱਕ ਮੈਥਡ ਆਪਾਂ ਹੋਰ ਕੀਤਾ ਹੈ ਜੀ, ਇਲੈਕਟ੍ਰੋਫੋਰੇਸਿਸ। ਸੋ ਇਲੈਕਟ੍ਰੋਫੋਰੇਸਿਸ ਚ ਆਪਾਂ ਨੇ ਕੀ ਕੀਤਾ ਹੈ, ਆਪਾਂ ਇਲੈਕਟ੍ਰੀਕਲ ਫੀਲਡ ਦੇਵਾਂਗੇ। ਇਲੈਕਟ੍ਰੀਕਲ ਫੀਲਡ ਦੇਣ ਨਾਲ ਕੀ ਹੋਏਗਾ ਬੱਚੇ, ਉਹ ਆਪੋਜ਼ਿਟਲੀ ਚਾਰਜਡ ਕੈਥੋਡ ਜਾਂ ਐਨੋਡ ਤੇ ਜਾਣਗੇ, ਉੱਥੇ ਜਾ ਕੇ ਨਿਊਟਰਲਾਈਜ਼ ਹੋ ਜਾਣਗੇ, ਨਿਊਟਰਲਾਈਜ਼ ਹੋ ਕੇ ਕੋਐਗੂਲੇਟ ਹੋ ਜਾਣਗੇ। ਈਜ਼ੀ। ਨਾਓ ਹੁਣ ਆਪਾਂ ਵਾਪਸ ਆਨੇ ਆ ਇसी ਟੌਪਿਕ ਦੇ ਉੱਪਰ। ਬੱਚੇ ਇਟ ਇਜ਼ ਵੈਰੀ ਇੰਪੋਰਟੈਂਟ। ਸੋ ਦੇਖੋ, so this is called Hardy-Schulz rule। पहला मैं ਤੁਹਾਨੂੰ एक क्वेश्चन पूछांगा कि सपोज मेरे को एक मेटल सल्फाइड ਦਾ ਸੋਲੂਸ਼ਨ ਹੈ, ਤਾਂ मेटल सल्फाइड्स ਕੀ ਹੁੰਦੇ ਆ ਬੱਚੇ, नेगेटिव। सो यानी कि मेरे को एक नेगेटिवली चार्ज्ड सोल है। मैं इस दे विच एक पाया NaCl, एक मेरे को ऑप्शन है बेरियम क्लोराइड, एक है एल्यूमीनियम क्लोराइड। मैं ਤੁਹਾਨੂੰ ਕਹਾਂ ਕਿ ਇਹ ਤਿੰਨੋਂ इलेक्ट्रोलाइट्स चों केड़ा इलेक्ट्रोलाइट इज मोस्ट इफेक्टिव इन ब्रिंगिंग अबाउट इट्स कोएगुलेशन। इसकी कोएगुलेशन करने लई केड़ा इलेक्ट्रोलाइट बेस्ट रहेगा। हाँ जी बच्चे, तुसी केड़ा सोच रहे हो, एक बार फटाफट सोच लो विद इन 5 to 10 seconds। सो मैं एक पाया NaCl, एक बेरियम क्लोराइड, एक एल्यूमीनियम क्लोराइड। आई गिव यू हिंट कि ये नेगेटिव है, तो अपने कम तो रजी कौन आऊगा, पॉजिटिव। सो ਇੱਥੇ Na ਪੋਜ਼ਿਟਿਵ ਹੈ, ਇੱਥੇ ਬੇਰੀਅਮ ਪੋਜ਼ਿਟਿਵ ਹੈ, ਇੱਥੇ ਐਲੂਮੀਨੀਅਮ 3 ਪੋਜ਼ਿਟਿਵ ਹੈ। ਸੋ ਇਹਨਾਂ ਤਿੰਨਾਂ ਵਿੱਚੋਂ ਕਿਹੜਾ ਇਲੈਕਟ੍ਰੋਲਾਈਟ ਮੋਸਟ ਇਫੈਕਟਿਵ ਹੋਏਗਾ ਬੱਚੇ, ਐਲੂਮੀਨੀਅਮ ਕਲੋਰਾਈਡ। ਉਹਦਾ ਰੀਜ਼ਨ ਕੀ ਹੈ ਕਿ ਇੱਕ ਸੋਡੀਅਮ ਕਲੋਰਾਈਡ ਦੇ ਵਿੱਚ ਇੱਕ ਪਲੱਸ ਹੈ, ਤਾਂ ਉਹ ਇੱਕ ਨੈਗੇਟਿਵ ਨੂੰ ਬੈਲੈਂਸ ਕਰੂਗਾ। ਬੇਰੀਅਮ ਕਲੋਰਾਈਡ ਦੇ ਵਿੱਚ ਇੱਕ ਐਟਮ ਕੋਲ, ਇੱਕ ਮੋਲੀਕਿਊਲ ਕੋਲ 2 ਪਲੱਸ ਹੈ, ਤਾਂ ਉਹ 2 ਨੂੰ ਬੈਲੈਂਸ ਕਰ ਦੂਗਾ, ਜਦਕਿ ਇਹ 3 ਨੂੰ। यानी कि ये सब तो ज्यादा यूज होगा, ये उदू घट, ये मिनिमम। ईजी है। सिमिलरली अगर यही मेरे को पॉजिटिवली चार्ज सोल हुंदा, तो सपोज एक मेरे को सोडियम क्लोराइड है, एक पोटेशियम सल्फेट है, एक सोडियम फॉस्फेट है, तो फॉस्फेट इज 3 नेगेटिव, सल्फेट इज 2 नेगेटिव एंड Cl is 1 नेगेटिव। सो बेस्ट इलेक्ट्रोलाइट केड़ा आएगा, फॉस्फेट वाला। सो दिस इज व्हाट यू मीन बाय Hardy-Schulz रूल। Hardy-Schulz रूल की कहता है कि दैट इलेक्ट्रोलाइट, ठीक है, दैट इलेक्ट्रोलाइट इज मोस्ट इफेक्टिव इन ब्रिंगिंग अबाउट द कोएगुलेशन in which the coagulating ion has the maximum charge। so आप लिखते हैं coagulation power is directly proportional to charge on coagulating ion। जिन्ना coagulating ion का चार्ज ज्यादा होएगा, उन्ना उसकी coagulation power ज्यादा होएगी, उन्नी उसकी coagulation power ज्यादा होएगी। So the coagulation power of the electrolyte is directly proportional to the charge on the coagulating ion। This is called Hardy-Schulz rule। I hope कि सानू easily समझ आ गया होगा बच्चे, ठीक है। So this is a very important topic, coagulation। इसनू बच्चे चंगी तरह कर लेना है, ठीक है। So कल इस तो बाद हुण आपां अगला टॉपिक की करांगे, अगर अपने कोएगुलेशन रोकनी है तो उसनू किद्दां रोकांगे, ठीक है ना। सो देखो, बेशक आपां मिल्क विच नींबू निचोड़ के उसनू खट्टा बना के उस चों पनीर निकालते हैं, बट आपां मिल्क नू प्रोटेक्ट भी तो करते हैं ना बच्चे। आपां ये थोड़ी है कि अगर गलती नाल उस च नींबू निचड़ गया तो आपां नू बहुत खुशी होएगी कि मतलब पनीर निकलूगा, है ना। सो दैट इज नॉट द केस, ठीक है। यू गेटिंग अ पॉइंट ना। मतलब कि देखो, इट ऑल डिपेंड्स ऑन आर ओन नीड। मतलब देखो, आपां मिल्क विच नींबू निचोड़िया, आपां उस चों पनीर निकाल लिया, जस्ट एक वैसे ही सीन दिमाग सोच के देखो, तो आपां उस पनीर की सब्जी बनाई या जिवें मर्जी खाया, पनीर पकौड़े बनाए, व्हाटएवर, है ना। सो हुण जस्ट गैस इट कि एक मिल्क का जो अपना टंबलर है, जिन्होंने आपां घरे टोपिया कह दिंदे आ, डब्बा जो भी है ना,
उस 2 kg 3 kg 4 kg मिल्क पे है, तो उस गलती नाल अगर एक लेमन किसी ने स्क्वीज करता या दही गिर गया या कुछ भी, तो दूध फट गया है ना, ठीक है, मिल्क खराब हो गया अपना, तो व्हाट डू यू थिंक कि यू विल बी वेरी हैप्पी कि अज घरे पनीर बनूंगा, है ना। सो ऐदा दा कोई सीन नहीं है ना बच्चे। तो मतलब लाइक इन द नेक्स्ट टॉपिक आपने करना है कि अगर ऐदा दा कोई सीन हो जाता है तो हाउ यू प्रोटेक्ट योर कोलॉइडल पार्टिकल्स, कोलॉइडल सॉल्यूशंस, ठीक है ना, प्रोटेक्शन ऑफ कोलॉइड्स, मतलब उसको कोएगुलेशन तो बचाना, वो अपना नेक्स्ट टॉपिक होएगा। सो फिलहाल आज आपने 3 टॉपिक्स कवर किए हैं, प्योरिफिकेशन ऑफ कोलॉइड्स, प्रॉपर्टीज ऑफ कोलॉइड्स एंड कोएगुलेशन। सो ये तुसी कर लेने हैं, ਇਹਦੇ ਨਾਲ रिलेटेड असाइनमेंट कर लेनी है, विल मीट फॉर द डाउट्स एट द सेम टाइम। एंड बच्चे अ वेरी इंपॉर्टेंट रिक्वेस्ट कि जो मैं क्वेश्चन सॉल्यूशंस जो दे रहे हैं फॉर द रिवीजन, उसको सारे करते रहियो एंड मेंटेन अ सेपरेट नोटबुक फॉर योर क्वेश्चंस, चाहे वो थ्योरेटिकल क्वेश्चंस है, चाहे न्यूमेरिकल्स है, चाहे एमसीक्यूज है, सबनू सॉल्व करना है कॉपी दे विच। Once this lockdown is over, मैं कॉपीज चेक करूंगा एंड इफ द होमवर्क इज नॉट कंप्लीट, मतलब थोड़े पेरेंट्स नु सेंटर पे आना पड़ेगा। सो डोंट फोर्स मी फॉर दिस, ठीक है ना, ये तो थोड़े अपने लिए है। सो मेंटेन योर वर्क एंड डू इट डेली। सो बच्चे इतना काम तुसी आज कर लेना है। आई थिंक दिस चैप्टर विल लास्ट फॉर 1.5 more lectures, ठीक है, and then it will be over. So keep studying, keep safe, stay at home, ठीक है ना। एकदम कोरोना ऑनस्लॉट ज्यादा हो गया बठिंडा च, 35 केसेस पॉजिटिव मिल चुके हैं, बट देयर इज नथिंग टू वरी अबाउट, दे ऑल आर वेल आइसोलेटेड, क्वारंटाइंड बाय द गवर्नमेंट। सो रिमेन एट योर होम्स, बी सेफ। थैंक्स अ लॉट।